ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ
ਸਿਰ ਸਾਹੰਦੈ ਸਾ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾ ਸਤਨਾਮ ਵਾਹਿਗੁਰੂ ਜੀ। ਸ਼ਲੋਕ ਸ਼ੇਖ ਫਰੀਦ ਕੇ ਏਕ ਓੰਕਾਰ ਸਤਿਗੁਰ ਪ੍ਰਸਾਦ। ਫਰੀਦਾ ਚਿੰਤ ਖਟੋਲਾ ਵਾਣ ਦੁਖ ਵਿਰਹਿ ਵਿਛਾਵਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੁ ਨ ਉਪਜੈ ਸੋ ਤਨ ਜਾਣ ਮਸਾਨ। ਫਰੀਦਾ ਏ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ ਇਕ ਰਾਹੇ ਦੇ ਰਹਿ ਗਏ ਇਕ ਰਾਧੀ ਗਏ ਉਜਾੜ। ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਫਰੀਦਾ ਦਰ ਦਰਵਾਜੈ ਜਾਇ ਕੈ ਕਿਉ ਡਿਠੋ ਘੜਿਆਲ। ਇਹ ਨ ਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਐ ਪਹਿਰੀ ਲਹੈ ਸਜਾਏ ਸੋਹੇੜਾ ਘੜਿਆਲ ਜਿਉ ਦੁਖੀ ਰੈਣ ਵਿਹਾਏ। ਘੜੀਏ ਘੜੀਏ ਮਾਰੀਐ ਪਹਿਰੀ ਲਹੈ ਸਜਾਏ ਸੋਹੇੜਾ ਘੜਿਆਲ ਜਿਉ ਦੁਖੀ ਰੈਣ ਵਿਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰੂ ਪਿਤਾ ਗੁਰੂ ਮਾਤਾ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਪਾਕ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਪੰਜ ਬਾਣੀਆਂ ਦੇ ਨਿਤਨੇਮ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ। ਉਪਰੰਤ ਆਸਾ ਦੀ ਵਾਰ ਦਾ ਕੀਰਤਨ ਹੋਇਆ ਔਰ ਜੋ ਚੱਲ ਰਹੀ ਲੜੀਵਾਰ ਵਿਚਾਰ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਬਾ ਫਰੀਦ ਸਾਹਿਬ ਦੇ ਵਿਰਾਗਮਈ ਸ਼ਲੋਕ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਨਦਰੇ ਰਹਿਮਤ ਕਿਰਪਾ ਹੋ ਰਹੀ ਹੈ।
ਜਿੱਥੇ ਸਤਿਗੁਰੂ ਮਹਾਰਾਜ ਮਾਛੀਵਾੜੇ ਦੇ ਜੰਗਲ ਵਿੱਚ ਸੁੱਤੇ ਹਨ, ਉੱਥੇ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਬੈਠੇ ਹਨ। ਅੱਜ 10 ਪੋਹ ਹੈ ਔਰ ਮਾਤਾ ਗੁਜਰ ਕੌਰ ਜੀ ਦੀ ਗੋਦੀ ਵਿੱਚ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ। ਮਹਿਸੂਸ ਕਰਿਓ 450 ਫੁੱਟ ਬੁਰਜ ਤੇ ਠੰਡ ਕਿੰਨੀ ਹੈ। ਆਪਾਂ ਗਰਮ ਕੱਪੜੇ ਲਏ ਹਨ, ਹੀਟ ਲਾਈ ਹੈ, ਤਾਂ ਵੀ ਠੰਡ ਲੱਗਦੀ ਹੈ। ਸਾਧ ਸੰਗਤ ਜੀ, ਅਨੋਖਾ ਇਤਿਹਾਸ ਸਾਡੇ ਵੱਡੇ ਸਾਨੂੰ ਦੇ ਕੇ ਗਏ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਅਸੀਂ ਅੱਜ ਬਿਸਤਰੇ ਦੇ ਵਿੱਚ ਰਹਿ ਕੇ, ਗਰਮ ਕੱਪੜਿਆਂ ਵਿੱਚ ਰਹਿ ਕੇ, ਆਪਣੀ ਕੋਠੀ ਦੇ ਅੰਦਰ ਰਹਿ ਕੇ ਵੀ ਦੁਖੀ ਹਾਂ। ਤੇ ਉਹ ਜਿਹੜੇ 7 ਸਾਲ ਦੇ 9 ਸਾਲ ਦੇ ਕੌਮ ਦੇ ਹੀਰੇ ਗੁਰੂ ਗੋਬਿੰਦ ਸਿੰਘ ਦੀਆਂ ਆਂਦਰਾਂ, ਮਹਾਰਾਜ ਦੀ ਮਾਤਾ ਜੀ ਇੰਨੀ ਠੰਡੀ ਥਾਂ ਤੇ ਬਹਿ ਕੇ ਵੀ ਸਕੂਨ ਦੇ ਵਿੱਚ ਬਾਣੀ ਪੜ੍ਹ ਰਹੇ। ਤੇ ਸਾਨੂੰ ਇੰਨਾ ਕੁਝ ਵਾਹਿਗੁਰੂ ਨੇ ਦਿੱਤਾ ਹੈ, ਅਸੀਂ ਤਾਂ ਵੀ ਰੋ ਰਹੇ ਹਾਂ। ਤੇ ਰੋਣਾ ਹੀ ਆਪਾਂ, ਕਿਉਂਕਿ ਮਹਾਰਾਜ ਕਹਿੰਦੇ ਪਾਪੀ ਪਾਪ ਕਮਾਉਂਦੇ ਕਰਦੇ ਹਾਏ। ਜਿਵੇਂ ਜਿਵੇਂ ਦੁਨੀਆ ਤੇ ਪਾਪ ਵੱਧਦਾ ਜਾ ਰਿਹਾ, ਉਹ ਫਿਰ ਘਰੋਂ ਘਰੀ ਹਾਏ ਹਾਏ ਹੀ ਹੁੰਦੀ ਹੈ। ਤੇ ਜਦੋਂ ਪਾਪ ਘੱਟ ਸੀ, ਬੰਦਗੀ ਜ਼ਿਆਦੀ ਸੀ, ਕੱਪੜੇ ਪਾਟੇ ਸੀ, ਘਰ ਕੱਚੇ ਸੀ, ਗਰੀਬੀ ਸੀ, ਉਦੋਂ ਸਾਰਿਆਂ ਦੇ ਮੁੱਖ 'ਚ ਇੱਕ ਸ਼ਬਦ ਹੁੰਦਾ ਸੀ, ਚੜ੍ਹਦੀ ਕਲਾ। ਬਜ਼ੁਰਗਾ ਬੈਠੇ ਆ ਮੇਰੇ ਸਾਹਮਣੇ, ਇੰਨਾ ਸਮਾਂ ਵੇਖਿਆ ਵੀ ਜਿਹਨੂੰ ਵੀ ਬੁਲਾਉਣਾ ਕਹਿਣਾ ਕੀ ਹਾਲ ਹੈ ਭਾਈ ਜੀ, ਕਹਿਣਾ ਚੜ੍ਹਦੀ ਕਲਾ। ਤੇ ਹੁਣ ਬੁਲਾਇਓ ਹਾਂ ਕਿਸੇ ਨੂੰ, ਤੁਹਾਨੂੰ ਕੋਈ ਮਿਲੇ ਨਾ, ਉਹਨੂੰ ਕਹੋ ਕੀ ਹਾਲ ਹੈ, ਪਹਿਲੀ ਗੱਲ ਤਾਂ ਉਹਨੇ ਬੋਲਣਾ ਨਹੀਂ, ਸਿਰ ਜਿਹਾ ਲਾ ਜਾਊਗਾ ਮੁਰਦਿਆਂ ਨੂੰ। ਜੇ ਦੂਜੀ ਵਾਰੀ ਕਹੋਗੇ ਵੀ ਤੈਨੂੰ ਬੁਲਾਇਆ ਠੀਕ ਆ ਕਿ ਹੁਣ ਬੁਲਾ ਲਿਆ, ਤੀਜੀ ਵਾਰੀ ਕਹੋਗੇ ਵੀ ਤੂੰ ਜਵਾਬ ਨਹੀਂ ਦਿੱਤਾ, ਕਹਿਣਗੇ ਜਾ ਕੰਮ ਕਰ, ਤੇਰਾ ਤੇ ਹਾਲ ਹੀ ਇਹ ਹੈ। ਔਰ ਇੱਥੋਂ ਪਤਾ ਲੱਗਦਾ ਹੈ ਕਿ ਜਿਵੇਂ ਜਿਵੇਂ ਟਾਹਣੀ ਤਣੇ ਦੇ ਨਾਲੋਂ ਟੁੱਟਦੀ ਹੈ ਨਾ, ਉਵੇਂ ਉਵੇਂ ਸੁੱਕਣੀ ਸ਼ੁਰੂ ਹੋ ਜਾਂਦੀ ਹੈ। ਫੁੱਲ ਟਾਹਣੀ ਦੇ ਨਾਲ ਰਵੇ ਤਾਂ ਸਾਧ ਸੰਗਤ ਜੀ ਖਿੜਿਆ ਰਹਿੰਦਾ। ਜਦੋਂ ਟਾਹਣੀ ਨਾਲੋਂ ਟੁੱਟਦਾ ਹੈ ਨਾ, ਇੱਕ ਵਾਰੀ ਤੇ ਕੋਈ ਉਹਨੂੰ ਆਪਣੇ ਕੋਟ ਦੇ ਵਿੱਚ ਲਾ ਲੈਂਦਾ ਪਾਲਟੀ ਤੇ ਲਿਜਾਣ ਵਾਸਤੇ, ਤੇ ਉਦੋਂ ਉਹ ਖੁਸ਼ ਹੁੰਦਾ। ਉਦੋਂ ਉਹ ਕੰਡਿਆਂ ਨੂੰ ਕਹਿੰਦਾ ਹੈ ਕਿ ਚੰਗਾ ਮੇਰਾ ਤੁਹਾਡੇ ਨਾਲੋਂ ਖਹਿੜਾ ਛੁੱਟਾ। ਕੰਡੇ ਹੁੰਦੇ ਨਾ 7-8 ਟਾਹਣੀ ਤੇ ਜਦੋਂ ਕੋਈ ਫੁੱਲ ਤੋੜਦਾ ਤੇ ਇੱਕ ਵਾਰੀ ਫੁੱਲ ਖੁਸ਼ ਹੁੰਦਾ ਕਿ ਇਹਨੇ ਮੈਨੂੰ ਆਪਣੇ ਜੇਬ ਦੇ ਵਿੱਚ ਲਾਉਣਾ ਏ ਜਾਂ ਗਲੇ 'ਚ ਹਾਰ ਬਣਾ ਕੇ ਪਾਉਣਾ ਏ। ਤੇ ਕੰਡੇ ਉਹਨੂੰ ਕਹਿੰਦੇ ਤੂੰ ਚੱਲਿਆ ਏ? ਕਹਿੰਦਾ ਹੋਰ ਤੁਹਾਡੇ ਨਾਲ ਥੋੜ੍ਹਾ ਬੈਠੇ ਰਹਿਣਾ, ਮੈਂ ਪਾਰਟੀ 'ਚ ਜਾਊਂਗਾ, ਲੋਕਾਂ ਦੇ ਸਿਰ ਤੇ ਲੱਗੂੰਗਾ, ਗਲੇ 'ਚ ਪਾਊਂਗਾ। ਤੇ ਕੰਡਿਆਂ ਨੇ ਜਾਂਦੇ ਨੂੰ ਆਖਿਆ, ਕਹਿੰਦੇ ਸੱਜਣਾ ਕੰਡੇ ਜ਼ਰੂਰ ਸਾਂ, ਪਰ ਸਾਡਾ ਕਰਕੇ ਤੂੰ ਬਚਿਆ ਸੀ, ਕਿਉਂਕਿ ਸਾਡੇ ਤੋਂ ਡਰਦਾ ਕੋਈ ਤੈਨੂੰ ਹੱਥ ਨਹੀਂ ਸੀ ਪਾਉਂਦਾ ਕਿ ਅਸੀਂ ਖੁੱਭ ਜਾਂਦੇ ਐ। ਹੁਣ ਜੇ ਤੂੰ ਸਾਨੂੰ ਛੱਡ ਕੇ ਜਾ ਹੀ ਰਿਹਾ ਨਾ, ਬਸ ਥੋੜਾ ਚਿਰ ਤੂੰ ਖਿੜਨਾ ਹੈ, ਮੁੜ ਕੇ ਤੈਨੂੰ ਰੂੜੀ ਤੇ ਸੁੱਟ ਦੇਣਾ। ਆਖੋ ਸਾਹਿਬ, ਕਿੰਨੀ ਵੱਡੀ ਅੰਦਰੂਨੀ ਗੱਲ ਹੈ ਸਾਧ ਸੰਗਤ ਜੀ। ਦੋ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਨੀ ਸੰਜਾਤਾ ਸਾਈਂ। ਝੜ ਝੜ ਪੈਂਦੇ ਕੱਚੇ ਬਿਰਹੀ, ਜਿਨ੍ਹਾਂ ਕਾਰਨ ਆਈ। ਕਹਿੰਦੇ ਇਸ ਕਰਕੇ ਫੁੱਲ ਨੇ ਬੜਾ ਮਾਣ ਕੀਤਾ, ਕਹਿੰਦਾ ਛੱਡਤਾ ਕੰਡਿਓ ਤੁਹਾਨੂੰ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਮਾਛੀਵਾੜੇ ਹੈ, ਪਹੁੰਚ ਗਏ। ਤਿੰਨਾਂ ਸਿੰਘਾਂ ਨੂੰ ਮਾਰੇ ਕਹਿੰਦੇ ਸੀ ਤਾਰੇ ਦੀ ਸੇਧ ਨਾਲ ਤੁਰੇ ਆਇਓ। ਭਾਈ ਮਾਨ ਸਿੰਘ ਜੀ, ਦਇਆ ਸਿੰਘ, ਧਰਮ ਸਿੰਘ ਨੂੰ ਵੀ ਤਾਰੇ ਦੀ ਸੇਧ ਨਾਲ।
ਪਹਿਲਾਂ ਕਿਹੜਾ ਮੋਬਾਈਲ ਸੀ ਜਾਂ ਕੁਝ ਵਗੈਰਾ। ਇੱਦਾਂ ਲੋਕੀ ਕਿਆਫਾ ਲਾਉਂਦੇ ਸੀ ਬਜ਼ੁਰਗ ਵੀ ਸੂਰਜ ਇੱਥੇ ਕੁ ਆ ਗਿਆ ਤੇ ਇੱਥੇ ਕੁ ਇੰਨਾ ਸਮਾਂ ਹੋ ਗਿਆ, ਪਰਛਾਵੇਂ ਢਲ ਗਏ ਹੈ। ਤੁਮਾਰੇ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਹਿ ਕੇ ਵੀ ਗੀਤ ਗਾਏ ਸੀ ਮਿੱਤਰ ਪਿਆਰੇ ਨੂੰ। ਉਹ ਫੁੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਦਾ ਖਿੜਿਆ ਸੀ। ਹੈਰਾਨ ਹੋਏ ਸਾਰੇ, ਕਹਿੰਦੇ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਕੱਚ ਖੁੱਭਿਆ, ਤੇਰੇ ਚਰਨਾਂ 'ਚ ਪਹਾੜੀ ਕਿੱਕਰਾਂ ਦੇ ਕੰਡੇ, ਅਦਿੱਬ ਦੇ ਕੰਡੇ ਐ, ਤੇਰਾ ਜਾਮਾ ਲੀਰੋ ਲੀਰ ਹੋ ਗਿਆ ਬਾਪੂ, ਤੇਰਾ ਚਿਹਰਾ ਅਜੇ ਵੀ ਖਿੜਿਆ ਏ। ਉੱਥੋਂ ਸਿੱਧ ਹੁੰਦਾ ਕਿ ਜਿੰਨਾ ਚਿਰ ਫੁੱਲ ਕੰਡਿਆਂ 'ਚ ਰਹਿੰਦਾ ਖਿੜਿਆ ਰਹਿੰਦਾ, ਕਿਉਂਕਿ ਕੰਡੇ ਦੁੱਖ। ਅੱਜ ਬਾਬੇ ਫਰੀਦ ਸਾਹਿਬ ਦੀ ਵੀ ਸਲੋਕ ਦੀ ਬੜੀ ਵੱਡੀ ਬਖਸ਼ਿਸ਼ ਹੋਣ ਲੱਗੀ ਆ। 34 ਸਲੋਕਾਂ ਦੀ ਵਿਚਾਰ ਹੋਈ ਸੀ, ਅੱਜ 35ਵਾਂ ਸਲੋਕ ਆਰੰਭ ਹੋਣਾ ਹੈ ਤੇ ਇਹ ਵੀ ਮੇਲ ਖਾਂਦਾ ਹੀ ਹੈ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਵਰਤਾਈ। ਇਸ ਕਰਕੇ ਮਹਾਰਾਜ ਸਾਹਿਬ ਜੀ ਕੰਡਿਆਂ ਦੇ ਵਿੱਚ ਰਹਿ ਕੇ ਵੀ ਖਿੜੇ ਸੀ, ਕਿਉਂਕਿ ਜਿੰਨਾ ਚਿਰ ਜ਼ਿੰਦਗੀ 'ਚ ਦੁੱਖ ਨਹੀਂ ਨਾ ਆਉਂਦੇ, ਗਰੀਬੀ ਨਹੀਂ ਆਉਂਦੀ, ਉਹਨਾਂ ਚਿਰ ਬੰਦੇ ਨੂੰ ਰੱਬ ਵੀ ਨਹੀਂ ਚੇਤੇ ਆਉਂਦਾ। ਕਿਉਂਕਿ ਦੁੱਖ ਹੋਣਗੇ, ਗਰੀਬੀ ਹੋਊਗੀ, ਅੰਦਰ ਸਪਿਆ ਹੋਊਗਾ ਤੇ ਬੰਦਾ ਕਹੇਗਾ ਮੈਂ ਗੁਰੂ ਕੋਲ ਜਾਵਾਂ, ਨਹੀਂ ਤੇ ਸੁੱਖਾਂ ਦੇ ਵਿੱਚ ਤੇ ਮੱਥਾ ਟੇਕਣਾ ਵੀ ਪਸੰਦ ਨਹੀਂ ਕਰਦਾ ਕੋਈ। ਹੁਣ ਕਈਆਂ ਵਿਆਹਾਂ ਸ਼ਾਦੀਆਂ 'ਚ ਗੁਰੂ ਗ੍ਰੰਥ ਸਾਹਿਬ ਹੁੰਦੇ ਹੀ ਆ ਤਾਬਿਆ, ਤੇ ਬਹੁਤੇ ਰਿਸ਼ਤੇਦਾਰ ਜਲ ਪਾਣੀ ਛਕ ਕੇ ਤੇ ਬਾਹਰ ਹੀ ਬਹਿ ਜਾਂਦੇ ਕੁਰਸੀ ਤੇ, ਅੰਦਰ ਨਹੀਂ ਜਾਂਦੇ। ਤੇ ਜੇ ਉਹੋ ਹੀ ਸਮਾਂ ਕਿਤੇ ਦੁੱਖ ਦਾ ਹੋਵੇ, ਘਰ ਦੇ ਵਿੱਚ ਕੋਈ ਢਿੱਲਾ ਮੱਠਾ, ਤੇ ਭਾਵੇਂ ਗੁਰਦੁਆਰਾ 20 ਕਿਲੋਮੀਟਰ ਹੋਵੇ, ਬੰਦਾ ਉੱਥੇ ਜ਼ਰੂਰ ਜਾ ਕੇ ਅਰਦਾਸ ਕਰਾਉਂਦਾ, ਆਖੋ ਸਤਿਨਾਮ। ਇਸ ਕਰਕੇ ਕਿਸੇ ਨੇ ਕਿਹਾ ਫੁੱਲ ਦੇ ਪਾਸ ਜੋ ਆਏ ਕੰਡੇ, ਉਹ ਮੇਰੇ ਮਨ ਭਾਏ ਕੰਡੇ, ਫੁੱਲ ਨੇ ਆਪ ਮਿਲਣ ਤੋਂ ਪਹਿਲਾਂ ਮੇਰੇ ਨਾਲ ਮਿਲਾਏ ਕੰਡੇ। ਫੁੱਲ ਨੇ ਆਪ ਮਿਲਣ ਤੋਂ ਪਹਿਲਾਂ ਮੇਰੇ ਨਾਲ ਮਿਲਾਏ ਕੰਡੇ। ਹਮਦਰਦਾ ਫੁੱਲ ਉਸ ਨੂੰ ਮਿਲਿਆ, ਹਮਦਰਦਾ ਫੁੱਲ ਉਸ ਨੂੰ ਮਿਲਿਆ, ਜਿਸ ਨੇ ਯਾਰ ਬਣਾਏ ਕੰਡੇ, ਜਿਸ ਨੇ ਯਾਰ ਬਣਾਏ ਕੰਡੇ। ਸਾਧ ਸੰਗਤ ਜੀ, ਕਵੀ ਵੀ ਕਮਾਲ ਹੀ ਲਿਖ ਦਿੰਦੇ ਗੱਲਾਂ। ਤੋ ਆਓ ਸਾਧ ਸੰਗਤ, ਬਾਬਾ ਫਰੀਦ ਸਾਹਿਬ ਦੇ ਦੀਦਾਰ ਹੋ ਰਹੇ ਨੇ। ਪਾਕ ਪਵਿੱਤਰ ਬੋਲ, ਸ਼ੱਕਰ ਵਰਗੇ ਬੋਲ। ਬਾਬਾ ਫਰੀਦ ਸ਼ੱਕਰੇ ਗੰਜ, ਸ਼ੱਕਰ ਦਾ ਖਜ਼ਾਨਾ ਸੀ ਬਾਬਾ ਫਰੀਦ। ਇੰਨਾ ਰਸ, ਇੰਨੇ ਉਹਨਾਂ ਦੇ ਸਲੋਕਾਂ ਦੇ ਵਿੱਚ ਰੂਹਾਨੀਅਤ ਹੈ। ਆਓ ਜੁੜੀਏ ਸਾਰੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
एहो हमारा जीवना, हमारा जीवना, एहो हमारा जीवना, एहो हमारा जीवना, एहो हमारा जीवना, जीवना, एहो हमारा जीवना। तू साहिब सच्चे देख, तू साहिब सच्चे वेख, साहिब सच्चे वेख, साहिब सच्चे वेख, एहो हमारा जीवना, एहो हमारा जीवना, हमारा जीवना, एहो हमारा जीवना, एहो हमारा जीवना, एहो हमारा जीवना, तू साहिब सच्चे वेख, तू साहिब सच्चे वेख, ਧੰਨ ਬਾਬਾ ਫਰੀਦ ਸਾਹਿਬ। ਅੱਜ ਆਪਣੇ ਸਾਰਿਆਂ ਦਾ ਹੱਲ ਬਾਬਾ ਫਰੀਦ ਨੇ ਲਿਖਤਾ। ਇੱਕ ਹਾਲ ਸੀ ਗੁਰੂ ਗੋਬਿੰਦ ਸਿੰਘ ਦਾ, ਆਪਾਂ ਸਮਾਪਤੀ ਤੇ ਪੜ੍ਹਨਾ ਅੱਜ ਮਿੱਤਰ ਪਿਆਰੇ ਨੂੰ। ਹਾਲ ਮਰੀਦਾਂ ਦਾ, ਹਾਲ ਦਾ ਮਤਲਬ ਆਪਣੀ ਜ਼ਿੰਦਗੀ ਦੇ ਬਾਰੇ ਜਾਣਕਾਰੀ। ਆਪਾਂ ਪੁੱਛਦੇ ਨਾ ਕੀ ਹਾਲ ਹੈ ਤੇਰਾ, ਹਾਲ ਦਾ ਭਾਵ ਹੈ ਵੀ ਤੇਰੇ ਬਾਰੇ ਮੈਂ ਜਾਣਨਾ ਚਾਹੁੰਦਾ ਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਭਾਈ ਮਾਨ ਸਿੰਘ ਨੇ ਵੇਖਿਆ ਸੀ ਬਸਤਰ ਲੀਰਾਂ ਹੋਏ, ਚਰਨਾਂ ਦੇ ਵਿੱਚ ਪਹਾੜੀ ਕਿੱਕਰ ਦੇ ਕੰਡੇ, ਕਿਉਂਕਿ ਜੁੱਤੀ ਨਹੀਂ ਸੀ ਪਾਈ ਨਾ। ਮਹਾਰਾਜ ਕਹਿੰਦੇ ਸੀ ਜੰਗ ਦੇ ਵਿੱਚ ਮੇਰੇ ਬੱਚੇ ਸ਼ਹੀਦ ਹੋਏ, ਇਹਨਾਂ ਦੀਆਂ ਦਸਤਾਰਾਂ ਤੇ ਦਾੜਿਆਂ ਤੇ ਜੁੱਤੀ ਲੈ ਕੇ ਪੈਰ ਨਾ ਆ ਜੇ। ਤੂੰ ਮਹਾਰਾਜ ਦੇ ਚਰਨ ਨੰਗੇ ਹੋਣ ਕਰਕੇ ਉਹਨਾਂ ਦੇ ਵਿੱਚ ਖੰਜਰ ਕੋਲੇ ਜਦੋਂ ਮਹਾਰਾਜ ਨੰਗੇ ਵੱਜਦੀ ਤੇ ਚਰਨ ਵੇਖੇ ਨਹੀਂ ਸੀ ਜਾਂਦੇ। ਚੋਲਾ ਲੀਰਾਂ ਹੋਇਆ ਪਿਆ ਮੇਰੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਵੇਖਣ ਵਾਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਧਰਮ ਸਿੰਘ ਮਾਨ ਸਿੰਘ ਕਹਿੰਦੇ, ਮਹਾਰਾਜ ਕੀ ਹਾਲ ਬਣਾ ਛੱਡਿਆ ਜੀ। ਮਹਾਰਾਜ ਕਹਿੰਦੇ ਆ ਜਾਓ ਫਿਰ ਆਪਾਂ ਆਪਣਾ ਹਾਲ ਉਸ ਪਿਆਰੇ ਨੂੰ ਦੱਸੀਏ। ਉਦੋਂ ਮਹਾਰਾਜ ਨੇ ਗਾਇਆ ਸੀ, ਉਹ ਕਹਿੰਦੇ ਸਿੱਖੋ ਰੋ ਨਾ, ਤੁਸੀਂ ਰੋਂਦੇ ਕਾਹਤੋਂ। ਮਾਨ ਸਿੰਘ ਬੜਾ ਤਕੜਾ ਰਾਠ ਸੀ, ਬੜਾ ਤਕੜੇ ਦਿਲ ਵਾਲਾ ਸੀ, ਕਦੇ ਅੱਖਾਂ ਨਹੀਂ ਸੀ ਭਰੀਆਂ, ਪਰ ਅੱਜ ਉਹ ਵੀ ਰੋ ਪਿਆ। ਉਹਦੇ ਵੀ ਨੇਤਰ ਵਹਿ ਤੁਰੇ। ਕਹਿੰਦੇ ਮਹਾਰਾਜ ਜੀ ਮੈਂ ਤੈਨੂੰ ਮਖਬਲ ਦੇ ਗਲੀਚਿਆਂ ਤੇ ਵੇਖਿਆ ਸੀ, ਸਤਿਗੁਰੂ ਮੈਂ ਤੇਰੇ ਥੱਲੇ ਮਲਮਲ ਦੀਆਂ ਤਲਾਈਆਂ ਵਿਛਾਈਆਂ ਵੇਖੀਆਂ ਸੀ, ਅੱਜ ਕੀ ਬਣਿਆ ਪਿਆ ਤੇਰਾ ਹਾਲ ਮੈਥੋਂ ਵੇਖ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜੇ ਤੇਥੋਂ ਨਹੀਂ ਵੇਖ ਹੁੰਦਾ ਤੇ ਉਹ ਵੇਖਣ ਦਿਆ ਹੀ। ਉਦੋਂ ਫਿਰ ਇਹ ਸ਼ਬਦ ਨਿਕਲੇ ਸੀ, ਕਹਿੰਦੇ ਰੋ ਨਾ, ਰੋਣਾ ਨਹੀਂ, ਗਾਉਣਾ ਹੈ ਆਪਾਂ। ਮੈਂ ਅੱਗੇ ਅੱਗੇ ਪੜ੍ਹਦਾ, ਤੁਸੀਂ ਪਿੱਛੇ ਪਿੱਛੇ ਬੋਲੋ। ਉੱਥੇ ਮਹਾਰਾਜ ਨੇ ਆਖਿਆ ਸੀ ਹਾਲ ਮੁਰੀਦਾਂ ਦਾ ਕਹਿਣਾ। ਮੁਰੀਦ ਕਹਿੰਦੇ ਚੇਲੇ ਨੂੰ। ਤੋ ਖੈਰ ਗੁਰਬਾਣੀ ਦੀ ਵਿਚਾਰ ਵੱਲ ਚੱਲੀਏ। ਧੰਨ ਬਾਬਾ ਫਰੀਦ ਸਾਹਿਬ ਜੀ ਅੱਜ ਉਸ ਮੰਜੇ ਦੇ ਦਰਸ਼ਨ ਕਰਾਉਣ ਲੱਗੇ ਆਪਾਂ ਨੂੰ। ਬਜ਼ੁਰਗੋ ਮੇਰੀਆਂ ਭੈਣਾਂ ਬੈਠੀਆਂ ਏ, ਜਿਸ ਮੰਜੇ ਤੇ ਅੱਜ ਸਾਰਾ ਸੰਸਾਰ ਪਿਆ ਹੈ ਨਾ, ਉਸ ਮੰਜੇ ਦਾ ਨਕਸ਼ਾ ਖਿੱਚਿਆ ਬਾਬੇ ਫਰੀਦ ਨੇ। ਆਓ ਕੀ ਕਹਿ ਰਹੇ ਬਾਬਾ ਫਰੀਦ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ।
ਬਿਰਹਾ ਤੂ ਸੁਲਤਾਨ ਪਦਿਤਾ ਚਿਤ ਤਨ ਬਿਰੋ ਨ ਉਪਜੈ ਸੋ ਤਨ ਜਾਣ ਹਸਾਨ ਪਦਿਤਾ ਚਿੰਤ ਖਟੋਲਾ ਮਾਣ ਦੁਖ ਰਹਿ ਵਿਸ਼ਾਵਣ ਲੇਪ ਧੰਨ ਬਾਬਾ ਫਰੀਦ ਸਾਹਿਬ ਜੀ ਕਿਰਪਾ ਦੇ ਦਾਤੇ ਉਸ ਮੰਜੇ ਦਾ ਜ਼ਿਕਰ ਕਰ ਰਹੇ ਜੀ ਜੀਤੇ ਅੱਜ ਕਥਾਵਾਚਕ ਵੀ ਪਿਆ, ਗ੍ਰੰਥੀ ਸਿੰਘ ਵੀ ਪਿਆ, ਰਾਗੀ ਵੀ ਪਿਆ, ਕਾਜੀ ਵੀ ਪਿਆ, ਪੰਡਤ ਵੀ ਪਿਆ, ਮੁੱਲਾ ਵੀ ਪਿਆ, ਹਿੰਦੂ ਵੀ ਪਿਆ, ਸਿੱਖ ਵੀ ਪਿਆ, ਮੁਸਲਮਾਨ ਵੀ ਪਿਆ, ਈਸਾਈ ਵੀ ਪਿਆ, ਯਹੂਦੀ ਵੀ ਪਿਆ, ਜੈਨੀ ਵੀ ਪਿਆ, ਬੋਧੀ ਵੀ ਪਿਆ। ਤੁਸੀਂ ਹੈਰਾਨ ਹੋਵੋਗੇ ਇਹ ਕਿਹੜਾ ਬੈੱਡ ਬਾਬਾ ਜੀ ਤਿਆਰ ਕਰੀ ਫਿਰਦੇ। ਆਪੋ ਆਪਣੇ ਧਰਮਾਂ ਦੇ ਵਿੱਚ ਉਹਨਾਂ ਦੇ ਆਸਣ ਹੁੰਦੇ, ਪਰ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਮੰਜਾ ਬਾਬੇ ਫਰੀਦ ਨੇ ਤਿਆਰ ਕੀਤਾ ਨਾ, ਕੋਈ ਮਾਂ ਦਾ ਪੁੱਤਰ ਵਿਰਲਾ ਹੀ ਹੋਊਗਾ ਜਿਹੜਾ ਇਸ ਮੰਜੇ ਤੇ ਨਾਮ ਪਿਆ ਹੋਊਗਾ, ਨਹੀਂ ਤੇ ਸਾਰੇ ਪਏ। ਬੋਲ ਕਿੰਨੇ ਪਾਕ ਨੇ ਜੀ, ਫਰੀਦਾ ਚਿੰਤ ਖਟੋਲਾ। ਥੋੜਾ ਜਿਹਾ ਸੁਰਤ ਧਿਆਨ ਦਿਓ। ਖਟੋਲਾ ਕਹਿੰਦੇ ਨੇ ਮੰਜਾ ਜਿਹੜਾ ਲਾਣਾ ਮੰਜਾ ਹੋਵੇ, ਉਹਦੀਆਂ ਕੀ ਹੁੰਦੀਆਂ, 4 ਬਾਹੀਆਂ ਤੇ 4 ਪਾਵੇ। ਬਾਬਾ ਫਰੀਦ ਸਾਹਿਬ ਜੀ ਹੁਣ ਮੰਜਾ ਉਣ ਕੇ ਦੇਣ ਲੱਗੇ, ਉਹ ਮੰਜਾ ਜਿਹਦੇ ਤੇ ਅੱਜ ਸਾਰੀ ਦੁਨੀਆ ਪਈ। ਕੀ ਕਹਿੰਦੇ ਆ ਜੀ, ਫਰੀਦਾ ਚਿੰਤ ਖਟੋਲਾ। ਕਹਿੰਦੇ ਉਹ ਮੰਜਾ ਜਿਹਦੀਆਂ ਬਾਹੀਆਂ ਤੇ ਪਾਵੇ ਚਿੰਤਾ ਦੇ ਵਾਣ ਦੁੱਖ, ਤੇ ਉਸ ਮੰਜੇ ਨੂੰ ਉਣਿਆ ਕਾਦੇ ਨਾ ਭੈਣੋ, ਦੁੱਖਾਂ ਦੇ ਵਾਣ ਨਾ। ਚਿੰਤਾ ਦੀਆਂ ਬਾਹੀਆਂ ਤੇ ਪਾਵੇ ਤੇ ਵਾਣ ਕਾਦਾ, ਦੁੱਖਾਂ ਦਾ। ਅੱਗੇ ਕਹਿੰਦੇ ਬਿਰਹਿ ਵਿਛਾਵਣ ਲੇਫ, ਤੇ ਉਸ ਮੰਜੇ ਦੇ ਉੱਤੇ ਤਲਾਈ ਕਾਦੀ ਵਿਛਾਈ, ਹੌਕਿਆਂ ਦੀ। ਗੱਜ ਕੇ ਕਹਿ ਦਿਓ ਸਤਿਨਾਮ। ਨਾ ਚਿੰਤਾ ਹੀ ਮੁੱਕਦੀ ਹੈ, ਨਾ ਦੁੱਖ ਹੀ ਮੁੱਕਦੇ ਹੈ, ਤੇ ਨਾ ਹੌਕੇ ਹੀ ਮੁੱਕਦੇ ਹੈ, ਬੰਦਾ ਮੁੱਕ ਜਾਂਦਾ ਹੋਏ। ਇਹ ਸੱਚਾਈ ਕਿੱਡੀ ਵੱਡੀ ਹੈ। ਭਾਵੇਂ ਮੈਂ ਤੁਹਾਨੂੰ ਰੋਜ਼ ਕਥਾ ਕਰਕੇ ਸੁਣਾਉਣਾ, ਮੈਂ ਵੀ ਦੁਖੀ ਹਾਂ, ਮੈਨੂੰ ਵੀ ਕੋਈ ਚਿੰਤਾ ਸਤਾ ਰਹੀ ਹੈ। ਉਹ ਚਿੰਤਾ ਮੈਂ ਚਲੋ ਬੰਦਾ ਦੱਸ ਹੀ ਦਿੰਦਾ, ਮੇਰੇ ਅੰਦਰ ਵੀ ਚਿੰਤਾ ਹੈ ਕਿ ਕਦੋਂ ਮੇਰਾ ਘਰ ਬਣੇਗਾ, ਤੇ ਕਦੋਂ ਛੋਟੇ ਦਾ ਕੋਈ ਘਰ ਬਣੇਗਾ, ਮੇਰਾ ਮਾਂ ਪਿਓ 4 ਦਿਨ ਸੁੱਖ ਵੇਖੇ, ਕਿਤੇ ਪਹਿਲੋਂ ਹੀ ਨਾ ਮੁੱਕ ਜੇ। ਹੈ ਨਾ ਚਿੰਤਾ ਵੀ ਉਹ ਬੁੱਢੇ ਹੁੰਦੇ ਜਾਂਦੇ, ਸਰੀਰ ਬਿਮਾਰੀਆਂ ਨੇ ਖਾ ਲਿਆ, ਤੇ ਮੇਰਾ ਜੀ ਕਰਦਾ ਵੀ ਕਿਤੇ ਇਹ ਵੀ ਸੁੱਖ ਵੇਖਣ 4 ਦਿਨ, ਪਰ ਹਾਲਾਤ ਇਦਾਂ ਦੇ ਮੋਟੀਵੇਟ ਹੋ ਰਹੇ ਹੈ ਵੀ ਔਖਾ ਲੱਗ ਰਿਹਾ ਵੀ ਜਿੰਨੇ ਕੁ ਚਿਰ ਨੂੰ ਘਰ ਬਣਨਾ ਏ, ਸੈਟਿੰਗ ਹੋਣੀ, ਓਨੇ ਚਿਰ ਨੂੰ ਇਹਨਾਂ ਵਾਲਾ ਸਮਾਂ ਮੁੱਕ ਜਾਣਾ। ਇਹ ਸੱਚਾਈ ਹੈ ਭੈਣੋ, ਮੈਨੂੰ ਮਾਫ ਕਰਿਓ, ਲਾਈਵ ਚੱਲਦਾ। ਮੈਂ ਸੌਖੇ ਜਿਹੇ ਅਰਥ ਤਾਂ ਕੀਤੇ ਵੀ ਇਹ ਨਾ ਸਮਝੋ ਕਿ ਭਾਈ ਸਾਹਿਬ ਜੀ ਹੱਸਦੇ ਰਹਿੰਦੇ ਹੈ। ਕਈ ਸਿੰਘ ਕਮੈਂਟ ਵੀ ਕਰਦੇ ਵਿੱਚ, ਕਹਿੰਦੇ ਵੀ ਗਿਆਨੀ ਜੀ ਬਹੁਤ ਕਥਾ ਸੁਣੀਂਦੀ, ਪਰ ਤੁਸੀਂ ਜਦੋਂ ਵੀ ਵਿਚਾਰ ਕਰਦੇ ਤੁਸੀਂ ਖੁਸ਼ ਹੀ ਰਹਿੰਦੇ। ਤਾਂ ਮੈਂ ਅੱਜ ਤਾਂ ਦੱਸਣ ਲੱਗਾ ਏ ਵੀ ਇਹ ਗੁਰੂ ਬਾਬਾ ਫਰੀਦ ਸਾਹਿਬ ਨੇ ਜਿਹੜਾ ਮੰਜਾ ਤਿਆਰ ਕੀਤਾ, ਇਹ ਮੰਜਾ ਕੋਈ ਵਿਰਲਾ ਹੀ ਹੈ, ਤੇ ਨਾ ਪਿਆ ਹੋਵੇ, ਨਹੀਂ ਤੇ ਸਾਰਿਆਂ ਨੂੰ ਪੈਣਾ ਪੈਂਦਾ। ਤੁਹਾਡੇ 'ਚ ਜਿੰਨੀਆਂ ਰੂਹਾਂ ਬੈਠੀਆਂ, ਵੀ ਕਿਸੇ ਨਾ ਕਿਸੇ ਪਾਸਿਓਂ ਸਾਰੇ ਹੀ ਥੋੜਾ ਥੋੜਾ। ਹਾਂਜੀ, ਕੋਈ ਬੱਚੇ ਵੱਲੋਂ ਆ, ਕੋਈ ਕਰਜ਼ੇ ਵੱਲੋਂ ਆ, ਕਿਸੇ ਦਾ ਜੀਵਨ ਸਾਥੀ ਨਹੀਂ ਸਾਥ ਦੇ ਰਿਹਾ, ਕਿਸੇ ਦਾ ਤੁਰ ਗਿਆ ਜੀਵਨ ਸਾਥੀ ਬੱਚੇ ਛੋਟੇ ਛੱਡ ਕੇ, ਕਿਸੇ ਦੇ ਬੱਚੇ ਵਿਆਹੁਣ ਵਾਲੇ ਹੈ, ਕਿਸੇ ਇਹ ਕਿਤੇ ਨਾ ਕਿਤੇ ਹੈ। ਤੋ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਹਨ, ਕਹਿੰਦੇ ਚਿੰਤਾ ਦਾ ਖਟੋਲਾ ਭਾਵ ਖਾਲੀ ਮੰਜਾ ਜਿਹੜਾ, ਵਾਣ ਦੁੱਖ, ਤੇ ਇਸ ਮੰਜੇ ਨੂੰ ਫਿਰ ਉਣਿਆ ਕਾਹਦੇ ਨਾ, ਦੁੱਖਾਂ ਦੇ ਵਾਣ ਨਾਲ। ਤੇ ਫਿਰ ਵਾਣ ਤੋਂ ਬਾਅਦ ਉੱਤੇ ਵਿਛਾਈ ਕਰੀਦੀ ਹੈ, ਉਹ ਕਾਹਦੀ ਹੈ, ਹੌਕਿਆਂ ਦੀ। ਜਿੱਦਾਂ ਆਮ ਹੀ ਗੱਲ ਹੈ ਕਿ ਪਹਿਲਾਂ ਨਿੱਕੇ ਹੁੰਦਿਆਂ ਬਿਸਤਰਾ ਨਹੀਂ ਸੁੱਕਣ ਦਿੱਤਾ ਮਾਂ ਪਿਓ ਦਾ,
ਹੁਣ ਜਵਾਨ ਹੋ ਗਏ ਆ ਤੇ ਹੁਣ ਮਾਂ ਪਿਓ ਦੀ ਸੇਵਾ ਨਹੀਂ ਹੋ ਰਹੀ। ਹੁਣ ਮਾਂ ਪਿਓ ਦੀਆਂ ਅੱਖਾਂ ਨਹੀਂ ਸੁੱਕਦੀਆਂ। ਕਈਆਂ ਦੇ ਬੱਚੇ ਬਾਹਰ ਹੈ, ਤਰਲੇ ਲੈ ਰਹੇ ਕਦੋਂ ਪੱਕੇ ਹੋਣਗੇ, ਕਦੋਂ ਵਾਪਸ ਆਉਣਗੇ। ਕਿਤੇ ਇਹ ਨਾ ਹੋਵੇ ਦੇਰ ਹੀ ਕਰ ਦੇਣ। ਕਈ ਵਾਰ ਹੋ ਜਾਂਦਾ। ਇੱਕ ਬੰਦਾ 22 ਸਾਲਾਂ ਬਾਅਦ ਇੰਗਲੈਂਡ ਪੱਕਾ ਹੋਇਆ ਤੇ ਆ ਕੇ ਇੰਨਾ ਰੋਇਆ, ਕਿਉਂਕਿ ਜਦੋਂ ਘਰੋਂ ਗਿਆ ਸੀ ਨਾ 22 ਸਾਲ ਪਹਿਲਾਂ, ਤੇ ਉਹਦੇ ਵਿਹੜੇ ਦੇ ਵਿੱਚ ਉਹਦੀ ਦਾਦੀ ਦਾਦਾ, ਉਹਦੀ ਮਾਂ ਪਿਓ ਅੱਜ 22 ਸਾਲਾਂ ਬਾਅਦ ਘਰੇ ਆਇਆ ਤੇ ਉਹਨਾਂ 'ਚ ਕੋਈ ਵੀ ਨਹੀਂ। ਬੜਾ ਰੋਇਆ ਉਹ। ਰੁੱਖ ਨੂੰ ਜੱਫੀ ਪਾ ਕੇ ਘਰ 'ਚ ਜਿਹੜੀ ਧਰੇਕ ਸੀ ਨਾ, ਉਹ ਧਰੇਕ ਸੀ, ਉਹ ਵੀ ਝੜੀ ਪਈ। ਹੁਣ ਠੰਡ ਆ ਗਈ ਨਾ ਪੱਤੇ, ਤੇ ਉਹ ਵੀਡੀਓ ਕਿਸੇ ਪਾਈ ਤੇ ਉਹ ਧਰੇਕ ਨੂੰ ਜੱਫੀ ਪਾ ਕੇ ਰੱਜ ਰੱਜ ਕੇ ਰੋਇਆ ਤੇ ਕਹਿੰਦਾ ਓਏ ਮੈਂ ਗਵਾ ਲਿਆ ਸਭ ਕੁਝ। ਮੈਂ 22 ਸਾਲ ਇੰਗਲੈਂਡ ਲਾਏ ਪੱਕਾ ਹੋਇਆ। ਜਿੱਦਣ ਮੈਨੂੰ ਤੋਰਨ ਗਏ ਸੀ ਤੇ ਮੇਰੀ ਦਾਦੀ ਸੀ, ਮੇਰਾ ਦਾਦਾ ਕਹਿੰਦਾ ਸੀ ਸ਼ੇਰਾ ਤਕੜਾ ਹੋ ਜਾ, ਮੈਂ ਬੈਠਾ ਏ। ਮੇਰਾ ਬਾਪੂ ਬੇਬੇ ਘੱਟ, ਦਾਦੀ ਦਾਦਾ ਜ਼ਿਆਦਾ ਸੀ। ਅੱਜ ਕਹਿੰਦੇ ਵੇਖੋ ਮੇਰੇ ਕੋਲ ਸਭ ਕੁਝ ਤੇ ਮੈਨੂੰ ਤੋਰਨ ਵਾਲੇ ਆਪ ਹੀ ਤੁਰ ਗਏ। ਆਖੋ ਸਤਿਨਾਮ। ਮਹਿਸੂਸ ਕਰਿਓ ਇਸ ਚੀਜ਼ ਨੂੰ, ਨੇਤਰ ਭਰ ਜਾਂਦੇ ਐ। ਕਹਿੰਦਾ ਅੱਜ ਕੋਠੀ ਸਭ ਕੁਝ ਮੇਰੇ ਪੈਸਿਆਂ ਨਾਲ ਨਵਾਂ ਬਣ ਗਿਆ, ਕਿਉਂਕਿ 2 ਕਮਰੇ ਕੱਚੇ ਸੀ, ਅੱਜ ਕਿੱਡੀ ਕੋਠੀ ਹੈ। ਕਹਿੰਦੇ ਇੱਕੋ ਚੀਜ਼ ਪੁਰਾਣੀ ਮਿਲੀ, ਧਰੇਕ, ਉਹ ਨਹੀਂ ਪੁੱਟੀ ਘਰੋਂ। ਕਹਿੰਦੇ ਅੱਜ ਮੈਂ ਉਹ 2 ਕਮਰੇ ਲੱਭਦਾ ਜਿਨ੍ਹਾਂ 'ਚ ਮੇਰੇ 4 ਜੀ ਬੈਠੇ ਸੀ, ਅੱਜ ਉਹ ਨਹੀਂ ਦੀਦੇ। ਤੋ ਖੈਰ ਮੈਂ ਇਸ ਵਹਾਨ ਦੇ ਵਿੱਚ ਨਾ ਵਵਾਂ। ਗੁਰੂ ਪਾਤਸ਼ਾਹ ਮਹਾਰਾਜ ਸੱਚੇ ਦੀਨ ਦੁਨੀ ਦੇ ਮਾਲਕ ਜੀ ਬਾਬਾ ਫਰੀਦ ਸਾਹਿਬ ਦਾ ਤਜਰਬਾ ਕਿੰਨਾ ਹੋਊ ਜੀ। ਬਾਬੇ ਫਰੀਦ ਨੇ ਕਮਾਲ ਦੇ ਬੋਲ ਬੋਲਤੇ। ਕਹਿੰਦੇ ਚਿੰਤ ਖਟੋਲਾ ਵਾਣ ਦੁੱਖ, ਬਿਰਹਿ ਵਿਛਾਵਣ ਲੇਪ। ਆਪਣੇ ਅੱਲਾ ਨੂੰ ਗੱਲ ਕਰ ਰਹੇ ਬਾਬਾ ਫਰੀਦ ਸਾਹਿਬ, ਮੁਖਾਰਬ ਹੋ ਕੇ। ਕਹਿੰਦੇ ਅੱਲਾ ਕਿਹੜੇ ਮੰਜੇ ਤੇ ਪਾ ਕੇ ਤੁਰ ਗਿਆ, ਜਿਹੜੇ ਮੰਜੇ ਨੂੰ ਚਿੰਤਾ ਦੀਆਂ ਬਾਹੀਆਂ ਪਾਵੇ ਲੱਗੇ ਆ, ਦੁੱਖਾਂ ਦਾ ਵਾਣ ਹੈ ਤੇ ਹੌਕਿਆਂ ਦੀ ਤਲਾਈ, ਤੇ ਉੱਤੇ ਮੈਂ ਪਿਆ। ਨਾ ਚਿੰਤਾ ਮੁੱਕਦੀ ਊ ਤੇ ਨਾ ਹੌਕੇ ਮੁੱਕਦੇ ਈ, ਤੇ ਨਾ ਦੁੱਖ ਹੀ ਮੁੱਕਦੇ ਈ। ਅਗਲੀ ਪੰਕਤੀ 'ਚ ਫਿਰ ਬੇਨਤੀ ਕਰਦੇ ਹਨ, ਇਹੋ ਹਮਾਰਾ ਜੀਵਨਾ, ਤੂੰ ਸਾਹਿਬ ਸੱਚੇ ਵੇਖ। ਸੰਗਤ ਜੀ, ਜਦੋਂ ਬੰਦਾ ਦੁਖੀ ਹੋਵੇ ਨਾ, ਉਹ ਆਪਣਾ ਦੁੱਖ ਕਿਸੇ ਨਾਲ ਸ਼ੇਅਰ ਕਰਦਾ, ਜਾਂ ਭਰਾ ਨਾ ਕਰੂ, ਜਾਂ ਮਾਸੀ ਨਾ ਕਰੂ, ਜਾਂ ਤਾਈ ਨਾ ਕਰੂ, ਜਾਂ ਨਾਨੀ ਨਾ ਕਰੂ, ਜਾਂ ਦਾਦੀ ਨਾ ਕਿਸੇ ਨਾ ਕਰਦਾ ਹੀ ਹੈ। ਪਰ ਧੰਨ ਬਾਬਾ ਫਰੀਦ ਸਾਹਿਬ ਜੀ ਨੇ ਆਪਣਾ ਦੁੱਖ ਕਿਸੇ ਬੰਦੇ ਨਾਲ ਨਹੀਂ ਸਾਂਝਾ ਕੀਤਾ, ਆਪਣੇ ਅੱਲਾਹ ਤਾਲਾ ਨਾਲ ਸਾਂਝਾ ਕੀਤਾ। ਜਿੱਦਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠੇ ਹੋ ਨਾ, ਮੈਂ ਤੇ ਆਪ ਹੁਣ ਬੜਿਆਂ ਨਾਲ ਦੁੱਖ ਸਾਂਝੇ ਕੀਤੇ, ਪਰ ਮਜ਼ਾਕ ਉਡਾਤਾ। ਜਿੰਨੇ ਵੀ ਰਿਸ਼ਤੇਦਾਰ ਸੱਜਣਾ ਨਾਲ ਦੁੱਖ ਸਾਂਝਾ ਕੀਤਾ, ਕਿਸੇ ਨੇ ਵੰਡਾਇਆ ਨਹੀਂ ਹੋਏ, ਵੰਡਾਇਆ ਨਹੀਂ ਕਿਸੇ ਨੇ, ਵਧਾਇਆ। ਬੋਲਿਓ ਜੀ, ਵੰਡਾਇਆ ਨਹੀਂ, ਵਧਾਇਆ ਏ। ਕਿਉਂਕਿ ਮੈਂ ਤੇ ਦੁੱਖ 'ਚ ਦੱਸ ਬੈਠਾ ਵੀ ਮੇਰੇ ਘਰ ਆਹ ਚੀਜ਼ ਹੈ, ਉਹਨਾਂ ਨੇ ਸਾਰਿਆਂ ਨੂੰ ਦੱਸ ਦਿੱਤਾ ਵੀ ਤੁਸੀਂ ਇੰਨਾ ਸਤਿਕਾਰ ਕਰਦੇ ਇਹਦਾ, ਇਹਦੇ ਘਰ ਦੇ ਵਿੱਚ ਤੇ ਏਦਾਂ ਏ। ਜਾਣੀ ਵਧਾਤਾ। ਹੋਰ ਜਿਹੜਾ ਕਿਤੇ ਅੱਗੇ ਝੱਟ ਚੇਤਾ ਭੁੱਲ ਜਾਂਦਾ ਸੀ, ਹੁਣ ਜਿਹੜਾ ਮਿਲਦਾ ਕਹਿੰਦੇ ਜੀ ਤੁਹਾਡੇ ਘਰ ਏਦਾਂ, ਉਹ ਸਗੋਂ ਨਹੀਂ ਭੁੱਲਦਾ ਜੀ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਲਾ ਇਹ ਮੈਂ ਨਹੀਂ ਕਿਸੇ ਦੇ ਕੋਲ ਜਾਣਾ, ਮੈਂ ਤੈਨੂੰ ਦੱਸਣਾ ਹੀ। ਮੈਂ ਵੇਖਿਆ, ਮੈਂ ਸੁਣਿਆ, ਮੈਂ ਦੇਖਿਆ, ਪਰਤਾਇਆ ਏ। ਲੋਕਾਂ ਦੇ ਕੋਲ ਦੁੱਖ ਦੱਸਾਂਗੇ ਤੇ ਲੋਕੀ ਰੌਲਾ ਪਾਉਣਗੇ। ਓਏ ਮੈਂ ਸੁਣਿਆ ਜਿਹੜਾ ਤੇਰੇ ਘਰ ਆ ਕੇ ਦੱਸਦਾ ਏ ਤੇ ਤੂੰ ਉਹਦੇ ਕੱਟ ਹੀ ਦਿੰਦਾ ਏ, ਖਤਮ ਹੀ ਕਰ ਦਿੰਦਾ ਏ। ਇਸ ਕਰਕੇ ਕਹਿੰਦੇ ਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ। ਤੇ ਗੁਰੂ ਗੋਬਿੰਦ ਸਿੰਘ ਨੇ ਵੀ ਆਪਣਾ ਦੁੱਖ ਕਿਸੇ ਨੂੰ ਥੋੜਾ ਦੱਸਿਆ, ਨਾ ਕਿਸੇ ਦੇ ਬੂਹੇ ਤੇ ਜਾ ਕੇ ਮਹਾਰਾਜ ਰੋਏ ਵੀ ਮੈਨੂੰ ਰਾਤ ਰੱਖ ਲਓ, ਮੇਰੇ ਕੋਲ ਕੁਛ ਨਹੀਂ ਰਹਿ ਗਿਆ। ਨਹੀਂ, ਮਹਾਰਾਜ ਮਾਛੀਵਾੜੇ ਦੇ ਜੰਗਲ 'ਚ ਸੌਂ ਕੇ ਵੀ, ਅੱਜ ਮੈਂ ਤੇ ਹੈਰਾਨ ਇਸ ਗੱਲੋਂ ਹੈ ਕਿ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ। ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਵੀ ਉੱਥੇ ਕੁ ਪਹੁੰਚ ਗਿਆ ਤੇ ਬਾਬੇ ਫਰੀਦ ਦਾ ਸਲੋਕ ਵੀ ਉੱਥੇ ਕਾ ਕੇ ਆ ਗਿਆ।
ਤੋ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਗਾਇਆ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ, ਉਹ ਇੱਕ ਅਰਦਾਸ ਹੈ, ਇੱਕ ਬੇਨਤੀ ਹੈ, ਇੱਕ ਹਾਲ ਦੱਸਿਆ ਆਪਣੇ ਪਿਆਰੇ ਰੱਬ ਨੂੰ ਆਪਣਾ। ਇਧਰ ਫਰੀਦ ਸਾਹਿਬ ਵੀ ਆਪਣਾ ਹਾਲ ਦੱਸ ਰਹੇ ਹੈ, ਜਿੱਦਾਂ ਤੁਸੀਂ ਚੌਂਕੜੇ ਮਾਰ ਕੇ ਗੁਰੂ ਕੋਲ ਆਉਣੇ, ਆਪਾਂ ਵੀ ਤੇ ਆਉਣੇ ਮਹਾਰਾਜ, ਤੇਰੇ ਆਸਰੇ ਹੀ ਹੁਣ ਮੇਰੀ ਜ਼ਿੰਦਗੀ ਦਾ ਬੇੜਾ ਡੋਲਦਾ ਏ। ਤੋ ਇਸ ਕਰਕੇ ਮੇਰੇ ਸੱਚੇ ਪਾਤਸ਼ਾਹ ਬਾਬਾ ਫਰੀਦ ਸਾਹਿਬ ਕਹਿੰਦੇ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਕਹਿੰਦੇ ਖੁਦਾ ਅੱਲਾ ਮੈਨੂੰ ਪਤਾ, ਮੈਂ ਤੇਰੇ ਘਰ ਆ ਕੇ ਜ਼ਰੂਰ ਤੇਥੋਂ ਮੰਗਾ ਤੇ ਤੂੰ ਮੇਰੀ ਅਰਦਾਸ ਜ਼ਰੂਰ ਕਬੂਲ ਕਰੇਗਾ। ਇਸ ਕਰਕੇ ਇੱਕ ਵਾਰੀ ਆ ਕੇ ਵੇਖ ਤੇ ਸਹੀ ਮੇਰੀ ਹਾਲਤ ਕੀ ਹੈ। ਇਹ ਬਾਬੇ ਫਰੀਦ ਨੇ ਆਪਣੀ ਨਹੀਂ, ਆਪਣੇ ਸਾਰਿਆਂ ਦੀ ਹਾਲਤ ਦੱਸੀ। ਕੋਈ ਜਿੰਨੇ ਬੈਠੀ ਸੰਗਤ ਚੋਂ ਕੋਈ ਹੱਥ ਉੱਚਾ ਕਰਕੇ ਕਹਿ ਦੇ ਕਿ ਬਾਬਾ ਜੀ ਮੈਂ ਇਸ ਮੰਜੇ ਤੇ ਨਹੀਂ ਲੰਮੇ ਪਿਆ। ਇਹ ਮੰਜਾ ਕਾਹਦਾ ਏ? ਚਿੰਤਾ ਦਾ, ਬਾਈਆਂ ਤੇ ਪਾਵੇ, ਵਾਣ ਦਾ ਦੁੱਖ ਤੇ ਹੌਕਿਆਂ ਦੀ ਤਲਾਈ, ਤੇ ਸਾਰਿਆਂ ਦੇ ਘਰੋਂ ਘਰੀ ਇਹੀ ਹਾਲ ਹੈ। ਫਰੀਦ ਸਾਹਿਬ ਨੇ ਅੱਗੇ ਜਾ ਕੇ ਕਹਿਣਾ, ਉੱਚਾ ਚੜ੍ਹ ਕੇ ਦੇਖਿਆ। ਤੋ ਬਾਬਾ ਫਰੀਦ ਸਾਹਿਬ ਨੇ ਬਹੁਤ ਵੱਡੀ ਗੱਲ ਇੱਕ ਸ਼ਲੋਕ ਦੇ ਵਿੱਚ ਦੁਨੀਆ ਦਾ ਨਕਸ਼ਾ ਖਿੱਚਣ ਵਾਲਾ ਮਹਾਂਪੁਰਖ। 1430 ਅੰਗ ਤੇ ਸੰਗਤ ਜੀ ਬਹੁਤ ਉੱਚੇ ਸੁੱਚੇ ਹੈ। ਇੱਕ ਐਸ ਸ਼ਲੋਕ ਨੇ ਸੱਚ ਜਾਣਿਓ ਅੱਜ ਦਾਸ ਦਾ ਅੰਦਰ ਹਿਲਾ ਕੇ ਰੱਖਤਾ। ਤੁਹਾਡਾ ਮੈਨੂੰ ਪਤਾ ਨਹੀਂ ਜਿਹੜਾ ਤੁਸੀਂ ਸੁਣ ਰਹੇ ਹੋ ਕਿੱਦਾਂ ਦਾ ਤੁਹਾਨੂੰ ਲੱਗ ਰਿਹਾ, ਪਰ ਇਸ ਸ਼ਲੋਕ ਨੇ ਸਾਰੀ ਦੁਨੀਆ ਦਾ ਨਕਸ਼ਾ ਖਿੱਚ ਲਿਆ। ਮੇਰੇ ਰਿਲੇਟਿਵ ਅਮਰੀਕਾ ਵਿੱਚ ਵੀ ਹੈ, ਕੈਨੇਡਾ ਵਿੱਚ ਵੀ, ਆਸਟ੍ਰੇਲੀਆ ਵਿੱਚ ਵੀ, ਇੰਗਲੈਂਡ ਵਿੱਚ ਵੀ, ਮੈਂ ਸਭ ਨਾਲ ਫੋਨ ਤੇ ਗੱਲ ਕਰਦਾ ਤੇ ਸਾਰੇ ਇਸੇ ਮੰਜੇ ਤੇ ਪਏ। ਜਿਹੜੇ ਮੰਜੇ ਦਾ ਜ਼ਿਕਰ ਅੱਜ ਬਾਬੇ ਫਰੀਦ ਨੇ ਕੀਤਾ, ਸਾਰੇ ਪਏ ਤੇ ਫੋਨ ਆਉਣਗੇ, ਬਾਬਾ ਜੀ ਅੱਜ ਅਰਦਾਸ ਕਰ ਦਿਓ, ਕੰਮ ਨਹੀਂ ਮਿਲ ਰਿਹਾ। ਫੋਨ ਆਇਆ, ਬਾਬਾ ਜੀ ਅਰਦਾਸ ਕਰ ਦਿਓ, ਘਰ ਦੇ ਵਿੱਚ ਕਲੇ ਹੈ। ਫੋਨ ਆਇਆ, ਬਾਬਾ ਜੀ ਅਰਦਾਸ ਕਰ ਦਿਓ, ਮੈਂ ਪੇਪਰ ਲਾਉਣ ਚੱਲਿਆ ਏ। ਫੋਨ ਆਇਆ, ਅਰਦਾਸ ਕਰ ਦਿਓ ਜੀ ਮੇਰੇ ਕਾਰਜ ਵਿੱਚ ਸਫਲਤਾ ਨਹੀਂ ਮਿਲ ਰਹੀ। ਜਾਨੀ ਕਿਤੇ ਨਾ ਕਿਤੇ ਸਾਰੇ ਹੀ ਇਸ ਮੰਜੇ ਦੇ ਉੱਤੇ ਲੰਮੇ ਪਏ। ਉਸ ਮੰਜੇ ਨੂੰ ਅੱਜ ਬਾਬੇ ਫਰੀਦ ਸਾਹਿਬ ਨੇ 1379 ਅੰਗ ਦੇ ਉੱਤੇ ਸੁਭਾਏਮਾਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਅੱਜ ਤੁਸੀਂ ਚੌਂਕੜੇ ਮਾਰ ਕੇ ਤੱਕਿਆ, ਕਈ ਵਾਰੀ ਬੰਦਾ ਅਖੰਡ ਪਾਠ ਦੇ ਭੋਗ ਤੇ ਤਾਂ ਬਹੁਤ ਜਾਂਦਾ ਏ, ਪਰ ਮਹਾਰਾਜ ਦੇ ਨਾਲ ਦਰਸ਼ਨ ਨਹੀਂ ਕਰ ਸਕਦਾ। ਇਸ ਕਰਕੇ ਬਾਪੂ ਨੇ ਆਪਣੇ ਤੇ ਬਹੁਤਾ ਹੀ ਤਰਸ ਕੀਤਾ, ਬੌਲੀ ਸਾਹਿਬ ਦੀ ਧਰਤੀ ਵਰਸਾ ਕੇ ਏਡਾ ਕੁੰਭ ਰਚਾ ਦਿੱਤਾ ਸੰਗਤੇ ਵੀ ਭਾਵੇਂ ਕੋਈ ਆਵੇ ਨਾ ਆਵੇ ਪੱਕੀ ਕਥਾ ਹੋਣੀ ਹੈ। ਤੇ ਘਰ 'ਚ ਤੁਸੀਂ ਕਰਾਉਣੀ, ਕਈ ਵਾਰੀ ਬੰਦਾ 100 ਸੋਚਦਾ ਵੀ ਬਾਬਾ ਜੀ ਘਰੇ ਪ੍ਰੋਗਰਾਮ ਰੱਖਾਂਗੇ, ਸੰਗਤ ਆਊ, ਜਲ ਪਾਣੀ ਮਾਇਆ ਦਾ ਭੇਟਾ ਦਾ ਪਹਿਰਾ ਹੁੰਦਾ। ਇੱਥੇ ਤੇ ਕੁਛ ਵੀ ਨਹੀਂ, ਇੱਥੇ ਤੇ ਸੁਣਨ ਵਾਲੇ ਬਣੋ। ਲੰਗਰ 'ਚ ਪ੍ਰਸ਼ਾਦਾ ਵੀ ਚੱਲਣ ਦਿਆ ਜੇ, ਤੇ ਇੱਥੇ ਵੀ ਕੋਈ ਸੇਵਾ ਨਹੀਂ ਕਥਾ ਦੀ, ਫ੍ਰੀ ਹੈ। ਕੋਈ ਤੁਹਾਨੂੰ ਇਹਦਾ ਦੇਣਾ ਨਹੀਂ ਪਊਗਾ, ਉੱਦਾਂ ਘਰੇ ਆਪਾਂ ਨੂੰ ਦੇਣਾ ਪੈਂਦਾ ਵੀ ਭਾਈ ਸਾਹਿਬ ਕੀ ਸੇਵਾ। ਇੱਥੇ ਕੁਛ ਨਹੀਂ, ਏਦੋਂ ਵੱਧ ਤੇ ਕੋਈ ਨਹੀਂ। ਗੁਰੂ ਨਾਨਕ ਸਾਹਿਬ ਨੇ ਭੰਡਾਰਾ ਹੀ ਖੋਲ ਦਿੱਤਾ ਵੀ ਆ ਜਾਓ ਤੇ ਲਈ ਚੱਲੋ। ਪਹਿਲਾਂ ਚਾਹ ਪੀ ਕੇ ਆਓ ਲੰਗਰ 'ਚੋਂ, ਜੇ ਠੰਡ ਲੱਗਦੀ ਹੈ ਤੇ ਫਿਰ ਇੱਥੋਂ ਆਨੰਦ ਲਓ ਤੇ ਫਿਰ ਲੰਗਰ 'ਚ ਫੁਲਕਾ ਛਕ ਲਓ। ਸੋ ਇਸ ਕਰਕੇ ਏਦੋਂ ਵੱਧ ਤੇ ਮਹਾਰਾਜ ਨਹੀਂ ਦੇ ਸਕਦੇ ਆਪਾਂ ਨੂੰ ਹੁਣ ਕੁਛ। ਜੀ ਅਜੇ ਵੀ ਬੰਦਾ ਬਹਾਨਾ ਬਣਾਵੇ, ਆਖੋ ਸਤਨਾਮ। ਤੋ ਮੇਰੇ ਬਾਬਾ ਫਰੀਦ ਸਾਹਿਬ ਜੀ ਨੇ ਅੱਜ ਉਹ ਵਚਨ ਕੀਤੇ, ਜਿਸ ਮੰਜੇ ਤੇ ਸਾਰੀ ਸ੍ਰਿਸ਼ਟੀ ਪਈ ਹੈ ਉਸ ਮੰਜੇ ਦਾ ਜ਼ਿਕਰ ਕੀਤਾ ਹੈ। ਕਹਿੰਦੇ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ। ਇੱਕ ਵਾਰੀ ਆ ਕੇ ਰੱਬਾ ਵੇਖ ਤੇ ਸਹੀ ਦੁਨੀਆ ਦੀ ਹਾਲਤ ਕੀ ਬਣੀ ਪਈ ਹੈ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਤੇ ਰੋਜ਼ ਅੱਖਾਂ ਭਰ ਭਰ ਕੇ ਰੋਣਾ, ਅੱਖਾਂ ਭਰ ਭਰ ਕੇ ਰੋਣਾ ਏ। ਸਾਧ ਸੰਗਤ ਇੱਕ ਹੋਰ ਚੀਜ਼ ਵੇਖਿਓ। ਚਲੋ ਕਈ ਕਹਿੰਦੇ ਵੀ ਬਾਬਾ ਜੀ ਏਦਾਂ ਓਦਾਂ ਪਖੰਡ ਹੈ। ਕਦੇ ਗੁਰੂ ਦਾ ਕੀਰਤਨ ਹੁੰਦਾ ਹੋਵੇ, ਕਥਾ ਹੁੰਦੀ ਹੋਵੇ, ਬਾਣੀ ਤੇ ਤੁਹਾਨੂੰ ਰੋਣ ਆਵੇ ਨਾ, ਕਿਤੇ ਰੱਜ ਕੇ ਰੋਇਆ ਕਰੋ, ਰੱਜ ਕੇ। ਇੱਕ ਚੀਜ਼ ਵੇਖਿਓ, ਜਦੋਂ ਕਥਾ ਕੀਰਤਨ ਬਾਣੀ 'ਚ ਬੰਦਾ ਵਿਰਾਗ ਕਰਦਾ ਨਾ,
ਤੇ ਇਦਾਂ ਮਹਿਸੂਸ ਲੱਗਦਾ ਜਦੋਂ ਅੱਖਾਂ 'ਚੋਂ ਪਾਣੀ ਡਿੱਗਦਾ ਵੀ ਪਤਾ ਨਹੀਂ ਕਿੱਡੀ ਤਗੜੀ ਪੰਡ ਸਿਰ ਤੇ ਸੀ ਪਾਪਾਂ ਦੀ, ਜਿਵੇਂ ਸਾਰੀ ਲੈ ਗਈ ਹੋਵੇ। ਅੱਜ ਦਿਨ ਹੀ ਇਦਾਂ ਦਾ ਚੜਿਆ, ਸਵੇਰੇ ਵੀ ਇਦਾਂ ਹੋ ਗਿਆ ਕੰਮ ਵੀ ਵਿਰਾਗ ਛੁੱਟ ਗਏ। ਹੁਣ ਫੇਰ ਸਤਿਗੁਰਾਂ ਦੀ ਉੱਥੇ ਕਿਰਪਾ ਆਣ ਖੜੋਤੀ। ਔਰ ਇਹ ਮਹਿਸੂਸ ਕਰਿਓ ਵੀ ਬਾਬਾ ਜੀ ਦੇ ਬਚਨ ਵੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਨਾਹ ਕੀਤਾ ਨਾ, ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ ਇੱਕ ਵਾਰੀ ਰੋ ਪਾ, ਤੇਰੇ ਹੰਝੂਆਂ ਦੇ ਨਾਲ ਹੀ ਤੇਰੇ ਕੀਤੇ ਹੋਏ ਗੁਨਾਹ ਧੁੱਪ ਜਾਣਗੇ। ਅੱਖ ਵਿੱਚ ਕੁਝ ਪੈ ਜੇ ਨਾ ਤੇ ਆਪਾਂ ਮਲਣਾ ਨਹੀਂ ਚਾਹੀਦਾ, ਉਹਨੂੰ ਪਾਣੀ ਆਉਂਦਾ ਤੇ ਪਾਣੀ ਦੇ ਨਾਲ ਹੀ ਉਹ ਜਿਹੜੀ ਪਈ ਚੀਜ਼ ਉਹ ਬਾਹਰ ਨਿਕਲ ਆਉਂਦੀ ਹੈ। ਜੇ ਮਲ ਦੀਏ ਤੇ ਜ਼ਖਮ ਹੋ ਜਾਂਦਾ ਹੈ। ਤੋ ਇਸ ਕਰਕੇ ਵਿਰਾਗ ਦੇ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਵਿਰਹਾ ਵਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਕਹਿੰਦੇ ਤੂੰ ਰਾਜਾ ਏ, ਅਸੀਂ ਤੇਰੇ ਘਰ ਦੇ ਮੰਗਤੇ ਆਂ, ਬਥੇਰਾ ਰੋਲਿਆ, ਕਰਦੇ ਕਿਰਪਾ। ਰੀਤਾ ਜਿਤ ਤਨ ਬਿਰੋ ਨ ਉਪਜੈ, ਸੋ ਤਨ ਜਾਣ ਬਸਾਨ। ਤੇ ਫਰੀਦ ਸਾਹਿਬ ਜੀ ਇਦਾਂ ਵਿਰਾਗ ਦੇ ਵਿੱਚ ਅੱਖਾਂ ਗਿੱਲੀਆਂ ਹੀ ਰਹਿੰਦੀਆਂ, ਕਿਉਂਕਿ ਜਿਹਨੂੰ ਰੱਬ ਨਾਲ ਇਸ਼ਕ ਹੁੰਦਾ ਨਾ, ਹੁਣ ਆਪਣੀਆਂ ਵੀ ਅੱਖਾਂ ਗਿੱਲੀਆਂ ਰਹਿੰਦੀਆਂ, ਪਰ ਗੁਰੂ ਵਾਸਤੇ ਥੋੜਾ, ਦੁਨੀਆ ਦੇ ਕੰਮ ਵਾਸਤੇ ਰੋਂਦੇ ਰਹੀਦਾ। ਕੋਈ ਰੋਣ ਦਿਆ ਮੇਰਾ ਘਰ ਬਣ ਜੇ, ਕੋਈ ਰੋਣ ਦਿਆ ਮੈਨੂੰ ਨੌਕਰੀ ਮਿਲ ਜੇ, ਕੋਈ ਰੋਣ ਦਿਆ ਮੈਂ ਬਾਹਰ ਜਾਣਾ ਹੈ, ਕੋਈ ਰੋਣ ਦਿਆ ਮੈਂ ਪੱਕਾ ਹੋਣਾ ਹੈ, ਕੋਈ ਰੋਣ ਦਿਆ ਮੇਰੀਆਂ ਪੱਥਰੀਆਂ ਨਹੀਂ ਕਿਸੇ ਪਾਸੇ ਲੱਗਦੀਆਂ। ਆਪਾਂ ਰੋਨੇ ਜ਼ਰੂਰ ਆ, ਪਰ ਆਪਣੇ ਰੋਣ ਦੇ ਪਿੱਛੇ ਲਾਲਚ ਹੈ। ਤੇ ਬਾਬਾ ਫਰੀਦ ਸਾਹਿਬ ਵੀ ਰੋ ਰਹੇ ਨੇ, ਥੋੜਾ ਜਿਹਾ ਉੱਪਰ ਚੱਕ ਕੇ ਕਰ, ਉਹ ਵੀ ਰੋ ਰਹੇ ਵਿਰਾਗ ਦੇ ਵਿੱਚ ਆ ਕਰਕੇ। ਤੇ ਕਿਸੇ ਨੇ ਪੁੱਛਿਆ ਫਰੀਦਾ, ਓਏ ਤੂੰ ਸਾਰਾ ਦਿਨ ਰੋਂਦਾ ਰਹਿਣਾ, ਕੀ ਗਵਾਚ ਗਿਆ ਤੇਰਾ? ਬਾਬਾ ਫਰੀਦ ਕਹਿੰਦੇ ਮੈਂ ਤੈਨੂੰ ਕਿਵੇਂ ਦੱਸਾਂ ਮੇਰਾ ਕੀ ਗਵਾਚ ਗਿਆ? ਮੇਰਾ ਪਿਆਰਾ ਗਵਾਚ ਗਿਆ। ਜਿੱਦਾਂ ਕਬੀਰ ਸਾਹਿਬ ਦੇ ਸਲੋਕਾਂ 'ਚ ਆਇਆ ਸੀ ਨਾ, ਚੱਕਈ ਜੋ ਨਿਸ ਬੀਸ਼ਰੈ ਆਏ ਮਿਲੇ ਪ੍ਰਭਾਤ, ਜੋ ਨਰ ਬਿਸ਼ਰੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਤ। ਮੈਂ ਤੈਨੂੰ ਕਿੱਦਾਂ ਦੱਸਾਂ ਜਿਨ੍ਹਾਂ ਦਾ ਕੁਝ ਗਵਾਚ ਜਾਂਦਾ ਨਾ, ਘਾਟਾ ਪੈ ਜਾਂਦਾ, ਜਿਨ੍ਹਾਂ ਨੂੰ ਉਹ ਰਾਤ ਨੂੰ 12 ਵਜੇ ਇਦਾਂ ਬੈਠੇ ਹੁੰਦੇ ਆ। ਥੋੜਾ ਸਮਾਂ ਮੇਰੇ ਤੇ ਲੰਘਿਆ, ਕਰਜ਼ਾ ਕਾਫੀ ਹੋ ਗਿਆ, ਤੇ ਇੱਕ ਦੋ ਵਾਰ ਨਾ ਰਾਤ ਨੂੰ ਉੱਠੇ ਤੇ ਪਿਤਾ ਜੀ ਵੇਖਿਆ ਮੰਜੇ ਤੇ ਬੈਠੇ। ਤੇ ਮੈਂ ਕਿਹਾ ਬਾਪੂ ਸੁਣਦੇ ਨਹੀਂ ਤੁਸੀਂ? ਕਹਿੰਦੇ ਪੁੱਤ ਕੁਛ ਨਹੀਂ, ਮੈਂ ਵੈਸੇ ਜਾਗ ਆ ਗਈ ਸੀ। ਤੇ ਮਾਤਾ ਕਹਿਣ ਲੱਗੀ ਵੈਸੇ ਨਹੀਂ ਆਈ, ਅੱਜ 15 ਦਿਨ ਹੋ ਚੱਲੇ ਏਦਾਂ ਹੀ ਕਰਦਾ, ਰਾਤ ਨੂੰ ਤੁਰਿਆ ਫਿਰਦਾ, ਵਿਹੜੇ 'ਚ ਬਹਿ ਜਾਂਦਾ। ਤੇ ਉਹਦਾ ਕਾਰਨ ਕੀ ਬਣਿਆ ਵੀ ਗਰੀਬ ਵਾਸਤੇ 80-90 ਹਜ਼ਾਰ ਰੁਪਈਆ ਬਹੁਤ ਹੁੰਦਾ, ਕਿਉਂਕਿ ਪਾਣੀ ਆ ਗਿਆ, ਫਸਲ ਮਰ ਗਈ, ਕਰਜ਼ਾ ਚੜ ਗਿਆ, ਉਹ ਟੈਨਸ਼ਨ ਲੈ ਲਈ। ਚਲੋ ਮਹਾਰਾਜ ਨੇ ਕਿਰਪਾ ਕੀਤੀ, ਲੈ ਗਿਆ। ਪਰ ਇੱਥੇ ਗੱਲ ਇਹ ਚੱਲਣ ਦੀ ਹੈ ਵੀ ਜਦੋਂ ਬੰਦਾ ਨੀਂਦ 'ਚ ਸੌਂਦਾ ਨਹੀਂ, ਉਹਨੂੰ ਕੋਈ ਘਾਟਾ ਪੈਂਦਾ ਤਾਂ ਨਹੀਂ ਨੀਂਦ ਆਉਂਦੀ। ਇੱਧਰ ਬਾਬਾ ਫਰੀਦ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਰੱਬ ਦਾ ਘਾਟਾ ਪੈ ਗਿਆ, ਨੀਂਦ ਉਹਨਾਂ ਨੂੰ ਵੀ ਨਹੀਂ ਆਉਂਦੀ। ਪਿੰਨੀ ਰਹਿਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਸਾਧ ਸੰਗਤ ਜੀ, ਜਿਨ੍ਹਾਂ ਨੂੰ ਰੱਬ ਨਾਲ ਪਿਆਰ ਉਹ ਵੀ ਨਹੀਂ ਸੌਂਦੇ, ਤੇ ਜਿਨ੍ਹਾਂ ਨੂੰ ਨਹੀਂ ਅਜੇ ਵੀ ਸੁੱਤੇ, 8:15 ਹੋ ਗਿਆ, ਅਜੇ ਵੀ ਕਈ ਸੁੱਤੇ ਹੀ। ਉਹਨਾਂ ਨੂੰ 9 ਵਜੇ ਉੱਠਣਾ ਉਹਨਾਂ, ਕਿਉਂਕਿ ਰਾਤੀ ਹੁਣ ਉਸ ਪਾਸੇ ਨਹੀਂ ਜਾਣਾ। ਛੱਡੋ, ਅੱਜ ਰਸ ਬਣਿਆ। ਤੋ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਦਇਆ ਕਰਨ। ਬਾਬਾ ਫਰੀਦ ਸਾਹਿਬ ਨੂੰ ਕਹਿੰਦੇ ਫਰੀਦਾ ਕੀ ਗਵਾਚ ਗਿਆ ਤੇਰਾ, ਤੂੰ ਰੋਈ ਜਾਂਦਾ? ਬਾਬਾ ਫਰੀਦ ਸਾਹਿਬ ਕਹਿੰਦੇ ਹੁਣ ਮੈਂ ਤੈਨੂੰ ਕਿਵੇਂ ਦੱਸਾਂ, ਕੌਣ ਜਾਣੇ ਪੀਰ ਪਰਾਈ, ਮੇਰਾ ਕੀ ਗਵਾਚ ਗਿਆ। ਤੇ ਨਾਲ ਹੀ ਬਾਬੇ ਫਰੀਦ ਸਾਹਿਬ ਨੇ ਉਹਨੂੰ ਜਿਹਨੇ ਕਿਹਾ ਉਹਨੂੰ ਪੁੱਛਿਆ, ਕਹਿੰਦਾ ਤੈਨੂੰ ਨਹੀਂ ਰੋਣ ਆਇਆ? ਕਹਿੰਦਾ ਰੋਣ ਮੇਰੇ ਦੁਸ਼ਮਣ ਬਾਬਾ, ਮੈਂ ਕਾਹਤੋਂ ਰੋਵਾਂ? ਮੈਨੂੰ ਰੱਬ ਨੇ ਪੁੱਤ ਦਿੱਤੇ, ਦੁੱਧ ਦਿੱਤਾ, ਜ਼ਮੀਨ ਦਿੱਤੀ, ਜਾਇਦਾਦ ਦਿੱਤੀ, ਰਾਜੇ ਹੁੰਨੇ ਐ। ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਤੇ ਲੱਗਦਾ ਤੂੰ ਮੜੀਆਂ ਦਾ ਮੁਰਦਾ ਏ। ਕਹਿੰਦਾ ਫਰੀਦਾ ਧਿਆਨ ਨਾਲ ਬੋਲ। ਬਾਬਾ ਫਰੀਦ ਸਾਹਿਬ ਕਹਿੰਦੇ ਤੈਨੂੰ ਪੁੱਤ ਪੋਤਰਿਆਂ ਕੋਠੀਆਂ ਗੱਡੀਆਂ ਦਾ ਹੀ ਹੰਕਾਰ ਹੈ। ਓਏ ਕਮਲਿਆ ਤੇਰੀ ਦਾੜੀ ਚਿੱਟੀ ਹੋ ਗਈ, ਤੇਰਾ ਸਿਰ ਚਿੱਟਾ, ਤੇਰੀ ਮੌਤ ਨੇੜੇ ਆਉਂਦੀ, ਤੇ ਤੂੰ ਕਹਿੰਦਾ ਆਪਾਂ ਕਿਉਂ ਰੋਈਏ? ਰੋਣ ਦੁਸ਼ਮਣ ਰੋ, ਤੂੰ ਮੜੀਆਂ ਵੱਲ ਨੂੰ ਤੁਰਿਆ ਜਾਣਾ ਏ ਤੇ ਤੈਨੂੰ ਦਿਸਣ ਨਹੀਂ ਦਿਆ ਵੀ ਸਮਾਂ ਮੁੱਕ ਚੱਲਿਆ। ਤੇ ਬਾਬੇ ਫਰੀਦ ਸਾਹਿਬ ਨੇ ਆਖਿਆ ਜਿਤ ਤਨ ਬਿਰੋ ਨਾ ਉਪਜੈ, ਜਿਸ ਅੱਖਾਂ ਦੇ ਵਿੱਚੋਂ ਕਦੇ ਵਿਰਾਗ ਨਹੀਂ ਆਇਆ,
ਕਦੇ ਰੱਬ ਦੀ ਗੱਲ ਸੁਣ ਕੇ ਹਿਰਦਾ ਢੱਠਾ ਨਹੀਂ। ਮਾਰੇ ਕਹਿੰਦੇ ਸੋ ਤਨ ਜਾਣ ਮਸਾਨ, ਕਹਿੰਦੇ ਸਮਝ ਲਾ ਮੜੀਆਂ ਦਾ ਮੁਰਦਾ ਹੀ। ਇਹ ਜਿਉਂਦਾ ਨਹੀਂ ਬੰਦਾ ਜਿਹੜਾ ਪਦਾਰਥਾਂ ਵਿੱਚ ਫਸਿਆ ਹੈ। ਮਹਾਰਾਜ ਕਹਿੰਦੇ ਫਰੀਦ ਸਾਹਿਬ ਕਹਿੰਦੇ ਜਾ ਚੱਲ ਜਾ, ਮੇਰਾ ਰਸ ਨਾ ਖਰਾਬ ਕਰ। ਮੈਂ ਮਰਿਆ ਹੋਇਆ ਨਾ ਵੈਸੇ ਵੀ ਨਹੀਂ ਗੱਲਾਂ ਕਰਦਾ, ਮੈਂ ਜਿਉਂਦਿਆਂ ਨਾਲ ਗੱਲਾਂ ਕਰਦਾ ਹਾਂ। ਇਹੀ ਗੱਲ ਗੁਰੂ ਗੋਬਿੰਦ ਸਿੰਘ ਨੇ ਕਹੀ ਔਰੰਗਜ਼ੇਬ ਨੂੰ। ਕਹਿੰਦੇ ਔਰੰਗਜ਼ੇਬ ਤੇਰੀ ਜ਼ਮੀਰ ਮਰ ਗਈ ਓਏ, ਮੇਰੀ ਜ਼ਮੀਰ ਜਾਗਦੀ ਹੈ। ਤੂੰ ਤਾਂ ਉਦਣ ਹੀ ਮਰ ਗਿਆ ਸੀ ਜਿੱਦਣ 40 ਨੂੰ ਮਾਰਨ ਵਾਸਤੇ 10 ਲੱਖ ਬੰਦਾ ਚੜਾਤਾ। ਕੁਰਾਨ ਦੀ ਕਸਮ ਖਾ ਲਈ, ਓਏ ਤੂੰ ਜਿਉਂਦਾ ਨਹੀਂ, ਤੂੰ ਕਾਫਰ ਹੈ, ਮੁਰਦਾ ਹੈ, ਤੂੰ ਮਰਦ ਨਹੀਂ ਹੈ। ਜ਼ਫਰਨਾਮੇ ਦੇ ਵਿੱਚ ਆਹ ਗੱਲਾਂ ਲਿਖੀਆਂ ਸੀ ਔਰੰਗਜ਼ੇਬ ਨੂੰ ਜਦੋਂ ਪੜ੍ਹ ਕੇ ਮਰਦਾ ਉਹ। ਬਸ ਆ ਬੋਲ ਹੀ ਹੁੰਦੇ ਸੰਗਤੇ, ਕਿਸੇ ਦੀ ਲੱਤ ਬਾਂਹ ਟੁੱਟ ਜੇ ਤੇ ਆਰਾਮ ਆ ਜਾਂਦਾ, ਪਰ ਜਿਹੜੇ ਬੋਲ ਆ ਨਾ ਇਹ ਬੰਦੇ ਨੂੰ ਵਿੰਨ ਕੇ ਲੈ ਜਾਂਦੇ। ਕਈ ਵਾਰੀ ਕਥਾ ਸੁਣਦਾ ਨਾ ਸੰਗਤ ਇੱਥੇ ਬੈਠੀ, ਬੋਲ ਹੀ ਮਾਰੇ ਦੇ ਸੁਣੇ ਸੀ ਤੇ ਜ਼ਿੰਦਗੀ ਬਦਲ ਗਈ। ਬੋਲ ਸੁਣ ਕੇ ਦਾੜੇ ਰੱਖ ਲਏ, ਪੱਗ ਬੰਨ ਲਈ, ਗੁਰੂ ਦਾ ਪਿਆਰ ਪੈਦਾ। ਬੋਲ ਹੀ ਸੁਣੇ, ਤੁਹਾਨੂੰ ਹੋਰ ਤਾਂ ਕੋਈ ਦਿੱਤਾ ਤਾਂ ਨਹੀਂ ਨਾਮ ਨੂਮ ਕੋਈ। ਇੱਕ ਤੁਸੀਂ ਕਥਾ ਸੁਣੀ ਬਸ ਤੁਹਾਡੇ ਲੱਗ ਗਈ ਅੰਦਰ ਨੂੰ, ਤੇ ਤੁਸੀਂ ਜਾ ਕੇ ਫੈਸਲਾ ਲੈ ਲਿਆ ਵੀ ਮਣਾ ਛੱਡ ਕਿਹੜਾ ਹੁਣ। ਤੇ ਇਹਨੂੰ ਕਬੀਰ ਸਾਹਿਬ ਕਹਿੰਦੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ। ਸ਼ਬਦ ਦੇ ਬੋਲ ਮਾਰੇ ਸੀ ਔਰੰਗਜ਼ੇਬ ਨੂੰ ਮਹਾਰਾਜ ਨੇ। ਤੀਰ ਮਾਰਨਾ ਚਾਹੁੰਦੇ ਤੇ ਮਹਾਰਾਜ ਬਖਸ਼ ਸਕਦੇ ਸੀ ਤੀਰ, ਪਰ ਮਹਾਰਾਜ ਨੇ ਕਲਮ ਦਾ ਤੀਰ ਮਾਰਿਆ, ਕਿਉਂਕਿ ਤੀਰ ਦਾ ਮਾਰਿਆ ਵੱਜ ਜਾਂਦਾ ਪਰ ਕਲਮ ਦਾ ਮਾਰਿਆ ਨਹੀਂ ਵੱਜਦਾ। ਕਈ ਵਾਰੀ ਗੋਰੇ ਕਲਮ ਫੇਰਦੇ ਨਾ, 10 ਸਾਲ ਦਾ ਰਿਫਿਊਜ ਲਾ ਦੇਣ ਤੇ ਜਿੱਥੇ ਮਰਜੀ ਭੱਜ ਲਾ, ਨਹੀਂ ਗੱਲ ਬਣਨੀ। ਕਲਮ ਦੀ ਮਾਰ ਬੜੀ ਭੈੜੀ ਹੈ, ਇਸੇ ਕਰਕੇ ਤੇ ਕਲਮ ਨੂੰ ਤੋੜਿਆ ਦਿੱਲੀ 'ਚ ਕਿਸਾਨਾਂ ਨੇ। ਉਹ ਕਲਮ ਦੀ ਮਾਰ ਮਾਰਨ ਲੱਗੇ ਸੀ, ਪਰ ਮੇਰੇ ਕੌਮ ਦੇ ਸ਼ਹੀਦਾਂ ਨੇ ਆਪਣੇ ਲਹੂ ਦੇ ਨਾਲ ਉਸ ਕਲਮ ਦਾ ਅੰਤ ਕਰ ਦਿੱਤਾ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੁਰਦਿਆਂ ਦੇ ਨਾਲ ਮੈਂ ਗੱਲਾਂ ਨਹੀਂ ਕਰਦਾ। ਰੀਤਾ ਏ ਵਿਸ ਗੰਦਲਾ ਤਰੀਆ ਖੰਡ ਦੀਵਾਰ। ਬਾਬਾ ਫਰੀਦ ਸਾਹਿਬ ਕਹਿੰਦੇ ਗੰਦਲਾਂ ਪਤਾ ਕਿਹਨੂੰ ਕਹਿੰਦੇ? ਭੈਣਾਂ ਨੂੰ ਪਤਾ, ਸਾਗ ਨੂੰ ਕਹਿੰਦੇ ਨਾ। ਤੋ ਕਹਿੰਦੇ ਇਹ ਵਿਸ ਗੰਦਲਾਂ, ਵਿਸ ਕਹਿੰਦੇ ਜ਼ਹਿਰ ਨੂੰ, ਕਹਿੰਦੇ ਜ਼ਹਿਰ ਦੀਆਂ ਗੰਦਲਾਂ ਧਰੀਆਂ ਖੰਡ ਲਿਵਾੜ। ਕਹਿੰਦੇ ਇਸ ਜ਼ਹਿਰ ਦੇ ਉੱਤੇ ਮਿੱਠਾ ਲਾ ਕੇ ਤੇ ਧਰਤੀਆਂ। ਹੁਣ ਇਹਦੇ ਅਰਥ ਇਹ ਹੈ ਵੀ ਸੰਸਾਰ ਦੇ ਜਿੰਨੇ ਪਦਾਰਥ ਆ ਇਹ ਜ਼ਹਿਰ ਹੈ, ਉੱਤੇ ਮਿੱਠਾ ਲਾਇਆ ਤੇ ਉਹ ਮਿੱਠਾ ਵੇਖ ਕੇ ਦੁਨੀਆ ਖਾਈ ਜਾਂਦੀ ਹੈ। ਆਖੋ ਸਤਿਨਾਮ। ਹਾਂਜੀ। ਇੱਕ ਰਾਹਿੰਦੇ ਰਹਿ ਗਏ, ਇੱਕ ਰਾਤੀ ਗਏ ਉਜਾੜ। ਬਾਬਾ ਫਰੀਦ ਸਾਹਿਬ ਕਹਿੰਦੇ ਪਦਾਰਥ ਜ਼ਹਿਰ ਦੀਆਂ ਗੰਦਲਾਂ ਏ, ਕਈਆਂ ਨੇ ਬੀਜੀਆਂ ਏ ਤੇ ਕਈ ਬੀਜਣ ਦੇ ਤੇ ਕਈ ਬੀਜੀਆਂ ਹੀ ਛੱਡ ਕੇ ਚਲੇ ਗਏ। ਹੁਣ ਇੱਥੋਂ ਥੋੜਾ ਜਿਹਾ ਤੁਹਾਨੂੰ ਸਿੱਧ ਮੈਂ ਕਰਾਂ, ਮੈਨੂੰ ਕਿਸੇ ਦੀ ਪਰਵਾਹ ਕੋ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਮੰਨ ਲਓ ਬੌਲੀ ਸਾਹਿਬ ਨੂੰ ਕੋਈ 50 ਲੱਖ ਰੁਪਈਆ ਭੇਜਦਾ ਬੌਲੀ ਸਾਹਿਬ ਨੂੰ, ਤੇ ਉਹ 50 ਲੱਖ ਜਿਹੜਾ ਮੈਂ ਆਪਣੀ ਕੋਠੀ ਪਾਲਾਂ, 1 ਲੱਖ ਬੌਲੀ ਸਾਹਿਬ ਨੂੰ ਦਵਾਂ, ਉਹ ਸਮਝ ਲਓ ਵੀ ਇਹ ਅਰਥ ਹੋਣੇ ਆਏ ਸ਼ਬਦ ਦੇ। ਤੇ ਫਿਰ ਦੁੱਖ ਆਉਂਦਾ ਕਿਉਂ ਨਹੀਂ ਹੈ? ਕਿਸੇ ਦਾ ਹੋਵੇ ਸੰਬੰਧ ਵੱਖਰਾ ਹੋਵੇ, ਪਰ ਬਾਬੇ ਨਾਨਕ ਦੇ ਘਰ ਨੂੰ ਜਾਈਏ ਤੇ ਟੋਏ ਪਏ ਹੋਣ ਹੈ। ਤੇ ਇਹਨਾਂ ਲੀਡਰਾਂ ਨੂੰ ਪੁੱਛੇ ਤੁਹਾਡੀਆਂ ਕੋਠੀਆਂ ਦੇ ਵਿੱਚ ਪੱਥਰ ਉਹ ਲੱਗਾ ਜਿਹੜਾ ਕਿਤੇ ਪੰਜਾਬ 'ਚ ਮਿਲਦਾ ਹੀ ਨਹੀਂ। ਪਰ ਸਾਡੇ ਲੋਕਾਂ ਨੂੰ ਨਹੀਂ ਆਉਣੀ ਅਕਲ, ਇਹਨਾਂ ਨਹੀਂ ਸਮਝਣਾ। ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੀ ਸ਼ਹੀਦੀ ਤੇ ਡੀਜੇ ਲਾ ਕੇ ਨੱਚਦੇ ਹੀ, ਇਹ ਰੈਲੀਆਂ ਦੇ ਵਿੱਚ ਜਾ ਜਾ ਕੇ ਨਾਅਰੇ ਲਾਉਂਦੇ ਹੀ। ਓਏ ਇਹਨਾਂ ਨੇ ਨਹੀਂ ਸਮਝਣਾ ਗੁਰੂ ਗੋਬਿੰਦ ਸਿੰਘ ਤੇਰੇ ਪੁੱਤਾਂ ਦੇ ਲਹੂ ਨੂੰ, ਇਹਨਾਂ ਨੂੰ ਨਹੀਂ ਪਤਾ ਲੱਗਣਾ ਇਹ ਕੀ ਹੈ। ਕਦੇ ਤੁਸੀਂ ਇਕੱਠੇ ਹੋ ਕੇ ਬਹਿ ਕੇ ਰਸਤੇ 'ਚ ਨਾਮ ਜਪਿਆ? ਜੇ ਸਾਡੇ 'ਚ ਹਿੰਮਤ, ਅਸੀਂ ਸਿੱਖ ਹੈ, ਲਓ ਸਾਰੀਆਂ ਪਾਰਟੀਆਂ ਸੜਕ ਤੇ ਆਉਣ 13 ਪੋਹ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਕਰ ਦੇਣ, ਸਾਰੇ ਰੋਡ ਬੰਦ, ਸਾਰੇ ਫਾਟਕ ਬੰਦ ਕਰ ਦੇਣ ਤੇ ਬਹਿ ਜਾਣਾ ਕਿ 11 ਤੋਂ 1 ਵਜੇ ਤੱਕ ਲਾਲਾਂ ਦੀ ਸ਼ਹੀਦੀ ਹੈ, ਉਹਨਾਂ ਚਿਰ ਕੋਈ ਗੱਡੀ ਨਹੀਂ ਚੱਲੂਗੀ, ਕੋਈ ਥਾਂ ਨਹੀਂ ਚੱਲੂਗਾ, ਸਾਰੇ ਸਤਨਾਮ ਜਪਣ। ਉਹ ਕਹਿਣਗੇ ਬਾਬਾ ਤੂੰ ਨਾ ਖਾਲੀ, ਬਹਿ ਜਾ ਚੁੱਪ ਕਰਕੇ।
ਕਿਤੇ ਇਦਾਂ ਹੋਇਆ ਸਾਡੇ ਪੰਜਾਬ 'ਚ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਣ, ਆਪਾਂ ਸਿੱਖ ਹੀ ਆ ਨਾ, ਮੁਸਲਮਾਨ ਤਾਂ ਨਹੀਂ, ਤੇ ਸਾਰੇ ਜਾਣੇ ਬਹਿ ਕੇ ਸੜਕ ਦੇ ਉੱਤੇ ਜਿੱਥੇ ਜਿੱਥੇ ਵੀ ਸੰਗਤਾਂ ਵੀ 2 ਘੰਟੇ ਚੱਕਾ ਜਾਮ ਕਰ ਦਿਓ, ਵੀ ਉਸ ਵੇਲੇ ਪੂਰੀ ਦੁਨੀਆ ਨੂੰ ਕਿ ਵਰਲਡ 'ਚ ਪਤਾ ਲੱਗ ਜੇ ਵੀ 12 ਵਜੇ ਤੋਂ 1 ਵਜੇ ਤੱਕ ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਇਹ ਤਾਂ ਕਰਕੇ ਸਾਰਾ ਚੱਕਾ ਜਾਮ ਕਰਤਾ। ਨਾ ਨਾ ਨਾ, ਇਹਨਾਂ ਏਦਾਂ ਨਹੀਂ ਕਰਨਾ, ਇਹਨਾਂ ਨਿਕਲਣਾ ਨਹੀਂ ਤੇ ਮੱਥਾ ਟੇਕਣ ਨਹੀਂ ਆਉਣਾ 13 ਪੋਹ ਨੂੰ ਕਈਆਂ ਨੇ। ਇਸ ਕਰਕੇ ਦੁੱਖ ਆਉਂਦਾ ਕਿ ਮਹਾਰਾਜ ਸੱਚੇ ਪਾਤਸ਼ਾਹ, ਜੇ ਤੇਰੇ ਪੁੱਤਾਂ ਨੂੰ ਇੰਨੀ ਸ਼ਹੀਦੀ ਮਿਲੀ ਹੈ, ਕਿਤੇ ਕੋਈ ਸਾਨੂੰ ਵੀ ਮਾਰ ਦੇ, ਤੇਰੀ ਗੱਲ ਕਰਦਿਆਂ ਨੂੰ ਕੋਈ ਮਾਰ ਦੇ ਤਾਂ ਬੜਾ ਆਨੰਦ ਆਊ ਮੇਰੀ ਰੂਹ ਨੂੰ। ਇਸ ਕਰਕੇ ਸਾਧ ਸੰਗਤ ਜੀ, ਇਹ ਮਰਦਾਂ ਦਾ ਦੇਸ਼ ਸੀ, ਪਰ ਮੁਰਦਿਆਂ ਦੀ ਪੂਜਾ ਕਰ ਕਰਕੇ ਮੁਰਦਾ ਹੀ ਬਣਦਾ ਜਾਂਦਾ। ਕਈ ਥਾਵਾਂ ਤੇ ਵੇਖਿਆ ਗੁਰਦੁਆਰੇ ਕੋਈ ਨਹੀਂ ਆਉਂਦਾ ਤੇ ਕਬਰਾਂ ਦੇ ਉੱਤੇ ਕਮਾਲ ਹੀ ਕੀਤਾ ਪਿਆ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇੱਕ ਰਾਧੀ ਗਏ ਉਜਾੜ, ਕਹਿੰਦੇ ਜ਼ਹਿਰ ਦਾ ਧੰਦਾ ਕਰਕੇ, ਮਾੜੇ ਕੰਮ ਕਰਕੇ ਇੰਨੇ ਕੁ ਕਾਰੋਬਾਰ ਚਲਾਏ, ਕਈ ਚਲਾਉਣ ਲੱਗੇ, ਕਈਆਂ ਨੇ ਚਲਾਏ ਤੇ ਕਈਆਂ ਨੇ ਅਜੇ ਸ਼ੁਰੂ ਕੀਤੇ ਅਤੇ ਕਈ ਵਿੱਚੇ ਛੱਡ ਗਏ ਹਨ। ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ। 4 ਪਹਿਰ ਦਿਨ ਤੇ 4 ਰਾਤ। ਬਾਬਾ ਫਰੀਦ ਸਾਹਿਬ ਕਹਿੰਦੇ ਦਿਨ ਫਿਰ ਕੇ ਨੰਗਾ ਲਿਆ, ਰਾਤ ਸੌਂ ਕੇ ਨੰਗਾ ਲਈ। ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਰੇ ਕੰਮ। ਕਹਿੰਦੇ ਜਦੋਂ ਰੱਬ ਨੇ ਤੇਤੋਂ ਲੇਖਾ ਮੰਗਿਆ ਨਾ, ਪਤਾ ਤੇ ਉੱਥੇ ਲੱਗਣਾ, ਇੱਥੇ ਤੇ ਤੇਰਾ ਜ਼ੋਰ ਚੱਲਦਾ। ਤੂੰ ਕਵੇਂਗਾ ਪੁਲਿਸ ਵਾਲਿਆਂ ਨੂੰ ਵੀ ਇਹਨੂੰ ਅੰਦਰ ਕਰ ਦੋ, ਇਹਦੇ ਤੇ ਕੇਸ ਪਾ ਦੋ ਕੋਈ ਵੱਡਾ ਹੀ, ਵੀ ਜਿਹੜਾ ਬਾਹਰ ਹੀ ਨਾ ਆਵੇ। ਅੱਜ ਵੀ ਸਾਡੇ ਯੋਧੇ ਜੇਲ੍ਹਾਂ 'ਚ, ਕੇਸ ਹੀ ਇੰਨੇ ਪਾਤੇ ਸਰਕਾਰਾਂ ਨੇ, ਉਹ ਬਰੀ ਨਹੀਂ ਹੋਣੇ। ਉਮਰਾਂ ਲੰਘ ਗਈਆਂ ਜੇਲ੍ਹਾਂ 'ਚ, ਪਰ ਮਾਫ਼ ਕਰਿਓ, ਉਹ ਵੀ ਕਿਸੇ ਦਾ ਨਿਤਨੇਮ ਕਰਨ ਦਾ ਜੇਲ੍ਹ 'ਚ, ਕਿਸੇ ਦਾ ਨਾਮ ਜਪਣ ਦਾ। ਕਿਤੇ ਪਹਿਲੀ ਵਾਰੀ ਤੇ ਨਹੀਂ ਸਾਨੂੰ ਹੱਥ ਘੜੀਆਂ ਲੱਗਣੀਆਂ। ਸਾਡਾ ਪਿਓ ਹੱਥ ਘੜੀ 'ਚ ਰਿਹਾ, ਗੁਰੂ ਤੇਗ ਬਹਾਦਰ ਨੂੰ ਹੱਥ ਘੜੀ ਲੱਗੀ ਸੀ ਦਿੱਲੀ, ਪਿੰਜਰੇ 'ਚ ਵੀ ਰਿਹਾ ਬਾਪੂ ਸਾਡਾ। ਮਹਾਰਾਜ ਕਹਿੰਦੇ ਕੋਈ ਨਹੀਂ ਪੁੱਤ, ਜੇ 40 ਸਾਲ ਜੇਲ੍ਹ ਵੀ ਹੋ ਜੂ ਤੇ ਕਮਾਈ ਬੰਦਗੀ ਕਰਿਓ, ਇਹ 40 ਸਾਲ ਸਮਝ ਲਓ ਤੁਸੀਂ ਭੋਰੇ 'ਚ ਤਪ ਹੀ ਕੀਤਾ। ਇਹ ਜਿੰਨਾ ਮਰਜ਼ੀ ਬੰਦ ਕਰ ਲੈਣਾ, ਅੱਜ ਬੜੇ ਬੜੇ ਯੋਧੇ ਅੰਦਰ ਹੈ ਜੇਲ੍ਹਾਂ 'ਚ, ਜਿਨ੍ਹਾਂ ਤੋਂ ਡਰਦੇ ਹੈ। ਇਹਨਾਂ ਨੂੰ ਪਤਾ ਹੈ ਜੇ ਉਹ ਬਾਹਰ ਆ ਗਏ ਤੇ ਸਾਡੀਆਂ ਪਜਾਮੀਆਂ ਲੱਭਣੀਆਂ ਨਹੀਂ, ਪਾੜ ਦੇਣੀਆਂ ਉਹਨਾਂ ਨੇ। ਤੋ ਇਸ ਕਰਕੇ ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਕਹਿੰਦੇ ਧੱਕਾ ਕਰ ਲਾ, ਕੋਈ ਨਹੀਂ ਤੇਰਾ ਟਾਈਮ ਹੈ, ਪਰ ਲੇਖਾ ਰੱਬ ਮੰਗੇਸੀਆ, ਜਿੱਦਣ ਫੱਟੇ ਤੇ ਪਿਆ ਉੱਥੇ ਤੇਰੀ ਨਹੀਂ ਚੱਲਣੀ, ਉੱਥੇ ਤਾਂ ਫਿਰ ਉਹਦੀ ਚੱਲਣੀ ਤੇ ਉਹ ਹਿਸਾਬ ਕਰੇਗਾ। ਦਰਦ ਵਜ ਜਾਏ ਕੈ, ਕਿਉਂ ਜਥੋ ਘੜੀਆਲ। ਬਾਬਾ ਫਰੀਦ ਸਾਹਿਬ ਕਹਿੰਦੇ ਨਹੀਂ ਤੇ ਦਰਵਾਜ਼ੇ ਤੇ ਲੱਗੀ ਘੰਟੀ ਵੇਖ ਲਾ ਚੰਗੀ ਤੇ ਨਾਲ ਉਹਦੇ ਨਾਲ ਧਿਆਨ ਦੇ ਨਾਲ ਉਹਨੂੰ ਵੇਖ। ਇਹ ਉਹਨੇ ਦੋਸ਼ਾਂ ਮਾਰੀਐ, ਹਮ ਦੋਸ਼ਾਂ ਦਾ ਕਿਆ ਹਾਲ। ਫਰੀਦ ਸਾਹਿਬ ਕਹਿੰਦੇ ਉਸ ਘੰਟੀ ਨੂੰ 5-7 ਮਿੰਟਾਂ ਬਾਅਦ ਆ ਕੇ ਕੋਈ ਥੋੜਾ ਮਾਰਦਾ, ਤੇ ਜੇ ਉਹਦੇ ਇੰਨੀਆਂ ਪੈਂਦੀਆਂ ਤੇ ਉਹਦਾ ਹਾਲ ਕਸੂਰ ਕੋਈ ਨਹੀਂ ਅਜੇ, ਤੇ ਆਪਣੇ ਤਾਂ ਪਾਪ ਹੀ ਬੜੇ ਐ, ਆਪਾਂ ਤਾਂ ਗੁਨਾਹ ਹੀ ਬੜੇ ਕੀਤੇ। ਕਹਿੰਦੇ ਇਹੋ ਨਦੋਸਾਂ ਮਾਰੀਐ, ਹਮ ਦੋਸਾਂ ਦਾ ਕਿਆ ਹਾਲ। ਕਹਿੰਦੇ ਜੇ ਉਹ ਬਿਨਾਂ ਕਸੂਰ ਤੋਂ ਇੰਨੀ ਕੁੱਟ ਖਾਂਦਿਆ ਤੇ ਤੇਰੇ ਕਿੰਨੀ ਪਊਗੀ, ਤੂੰ ਤਾਂ ਕੀਤੇ ਹੀ ਬਹੁਤ ਕਸੂਰ ਹਨ। ਘੜੀਏ ਘੜੀਏ ਮਾਰੀਐ, ਪਹਿਰੀ ਲਹਿ ਸਜਾਏ। ਇੱਕ ਘੜੀ 24 ਮਿੰਟ ਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਫਰੀਦ ਸਾਹਿਬ ਕਹਿੰਦੇ ਘੜੀ ਘੜੀ ਬਾਅਦ ਉਹਦੇ ਤੇ ਉੱਤੇ ਸੱਟ ਵੱਜਦੀ ਹੈ। ਇਸ ਕਰਕੇ ਪਹਿਰੀ ਫਿਰ ਪੈਰ ਆ ਜਾਂਦੇ ਹੈ, ਸਜ਼ਾ ਮਿਲਦੀ ਉਹਨੂੰ। ਰੋਜ਼ ਕੁੱਟ ਖਾਂਦਾ ਘੜਿਆਲ, ਉਹਦੇ ਉੱਤੇ ਸੱਟ ਵੱਜਦੀ ਹੈ। ਸੋਹੇੜਾ ਘੜਿਆਲ ਜਿਉ ਦੁਖੀ ਰਹਿਣ ਵਿਹਾਏ। ਕਹਿੰਦੇ ਇਸ ਕਰਕੇ ਉਹ ਲੋਹਾ ਹੀ ਕਿੰਨਾ ਮੰਦ ਭਾਗਾ ਏ, ਜਿਹਨੂੰ 24 ਘੰਟੇ ਕੋਟੀ ਪਈ ਜਾਂਦੀ ਹੈ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ 40 ਸਲੋਕਾਂ ਦੀ ਕਥਾ ਸੰਪੂਰਨ ਹੋਈ ਹੈ। ਆਪ ਸੰਗਤਾਂ ਨੇ ਝੋਲੀਆਂ ਭਰੀਆਂ। ਸੱਚ ਸੰਗਤੇ, ਇਹ ਪਾਕ ਬੋਲ ਲੱਭਣੇ ਨਹੀਂ, ਤੇ ਬੋਲ ਪਤਾ ਕਿਹੜੇ ਹੈ? ਆਦ ਸੱਚ, ਜੁਗਾਦ ਸੱਚ ਹੈ ਵੀ ਨਾਨਕ
ਇਹ ਬੋਲਾਂ ਨੂੰ ਬੜੇ ਲੋਕ ਖਤਮ ਕਰਨ ਆਏ, ਪਰ ਇਹ ਬੋਲ ਖਤਮ ਨਹੀਂ ਹੋਣੇ। ਜਿੰਨਾ ਮਰਜੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਵੇਖਿਆ ਵੀ ਅਗਨ ਭੇਟ ਕਰਤਾ, ਪਾਣੀ ਦੇ ਵਿੱਚ ਸੁੱਟਤਾ, ਮਿੱਟੀ ਦੇ ਵਿੱਚ ਨਾਪਤਾ, ਇਹਨੂੰ ਬੜਾ ਯਤਨ ਕੀਤਾ ਦੁਨੀਆ ਨੇ ਵੀ ਇਹ ਜਿਹੜੇ ਬੋਲ ਆ ਨਾ ਇਹ ਕਿਤੇ ਦੱਬ ਦੀਏ, ਪਰ ਇਹ ਦੱਬੇ ਨਹੀਂ ਜਾਣੇ। ਇੱਕ ਸੁਖਦੇਵ ਸਿੰਘ ਚੜ੍ਹਾਈ ਕਰ ਗਿਆ ਤੇ ਦੂਜਾ ਮਗਰ ਹੋਰ ਆ ਜਾਣਾ ਏ, ਦੂਜਾ ਚੜ੍ਹਾਈ ਕਰ ਗਿਆ ਤੇ ਤੀਜਾ ਹੋਰ ਆ ਜਾਣਾ ਏ, ਉਹ ਤੀਜਾ ਚੜ੍ਹਾਈ ਕਰ ਗਿਆ ਚੌਥਾ ਹੋਰ ਆ ਜਾਣਾ ਏ। ਮਹਾਰਾਜ ਨੇ ਆਪਣੀਆਂ ਪੁੱਤਰਾਂ ਦੀ ਜੋੜੀ ਵਾਰੀ ਤੇ ਜੋੜੀ 13 ਪੋਹ ਨੂੰ ਦਇਆ ਸਿੰਘ ਨੇ ਆਖਿਆ ਸੀ ਬਾਪੂ ਜੋੜੀਆਂ ਹੀ ਤੋਰੀ ਜਾਨਾ, ਉਹ ਇੱਕ ਰੱਖ ਲਾ। ਗੁਰੂ ਗੋਬਿੰਦ ਸਿੰਘ ਕਹਿੰਦੇ ਸਮਾਂ ਸਥਿਤੀ ਉਹ ਸਾਰਾ ਨੋਟ ਕਰ ਲਾ ਕਾਪੀ ਤੇ, ਦਇਆ ਸਿੰਘਾ ਇਤਿਹਾਸ ਬਣਨੇ ਐ। ਇਹ ਜੋੜੀਆਂ ਜਿੱਦਾਂ ਜਿੱਦਾਂ ਹੀ ਤੁਰੀਆਂ ਜਾਂਦੀਆਂ ਫਿਰ ਉਦਾਂ ਉਦਾਂ ਹੀ ਵਾਪਸ ਆਉਣਗੀਆਂ। ਤੇ ਉਹ ਆਈਆਂ ਵੀ ਸੀ। ਜਦੋਂ ਮੱਸੇ ਦਾ ਸਿਰ ਲਾਇਆ ਇੱਕ ਜੋੜੀ ਉਦੋਂ ਆਈ, ਜਦੋਂ ਪੂਨੇ ਸਤਾਰੇ ਵੈਦਿਆ ਮਾਰਿਆ ਇੱਕ ਜੋੜੀ ਉਦੋਂ ਆਈ ਸੁੱਖੇ ਜਿੰਦੇ, ਜਦੋਂ ਇੰਦਰਾ ਵੇਲੇ ਸਤਵੰਤ ਬੇਅੰਤ ਦੀ ਜੋੜੀ ਆਈ। ਇਸੇ ਤਰ੍ਹਾਂ ਜ਼ਕਰੀਆ ਖਾਨ ਦੇ ਨਾਲ ਬੋਤਾ ਗਰਜਾ ਸਿੰਘ ਦੀ ਜੋੜੀ ਆਈ। ਤੋ ਜਦੋਂ ਬੇਅੰਤੇ ਨੂੰ ਮਾਰਿਆ ਭਾਈ ਦਿਲਾਵਰ ਸਿੰਘ ਭਾਈ ਹਵਾਰਾ ਦੀ ਜੋੜੀ ਆਈ। ਇਹ ਬਚਨ ਹੋ ਗਏ ਸੀ ਮਹਾਰਾਜ ਦੇ। ਮਹਾਰਾਜ ਕਹਿੰਦੇ ਮੁੜ ਮੁੜ ਕੇ ਆਉਣੀਆਂ ਫਿਰ। ਤੇ ਪਿਆਰਿਓ ਬੰਬ ਆਪਦੇ ਸਰੀਰ ਨਾਲ ਬੰਨਣਾ ਸੌਖਾ ਕਿਤੇ? ਇੱਥੇ ਤੇ ਕੋਈ ਸੱਚੀ ਗੱਲ ਨਹੀਂ ਕਰਦਾ। ਅਗਲਾ ਦਾ ਮੇਰੇ ਭਰਾ ਵਕਤ ਪਊ, ਆਪਾਂ ਚੁੱਪ ਕਰਕੇ ਪ੍ਰਸ਼ਾਦ ਲੈ ਕੇ ਘਰ ਨੂੰ ਚੱਲ ਗਏ। ਤੇ ਆਪਣੀ ਛਾਤੀ ਨਾਲ ਬੰਬ ਬੰਨਣੇ ਸੌਖੇ ਨਹੀਂ ਪਏ। ਇਹ ਬਚਨ ਕਰ ਗਿਆ ਸੀ ਮੇਰਾ ਬਾਪੂ ਮਾਛੀਵਾੜੇ ਦੇ ਜੰਗਲਾਂ 'ਚ ਬੈਠਾ। ਕੀ ਕਹਿੰਦਾ ਜੀ? ਮਿੱਤਰ ਪਿਆਰੇ ਨੂੰ, ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ, ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਾਨੂੰ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਸੱਥਰ ਚੰਗਾ। ਪਾਠ ਖੇੜਿਆਂ ਦਾ ਰਹਿਣਾ, ਪਾਠ ਖੇੜਿਆਂ ਦਾ ਰਹਿਣਾ। ਪਾਠ ਖੇੜਿਆਂ ਦਾ ਰਹਿਣਾ, ਪਾਠ ਖੇੜਿਆਂ। ਮਿੱਤਰ ਪਿਆਰੇ ਨੂੰ, ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ, ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਪਿਆਰੇ ਨੂੰ, ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਪੁੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਹਾਲ ਮੁਰੀਦਾਂ ਦਾ ਹਾਲ ਮੁਰੀਦਾਂ ਦਾ ਹਾਲ ਮੁਰੀਦਾਂ ਦਾ ਹਾਲ ਮੁਰੀਦਾਂ ਬੋਲੇ ਸੋ ਵਾਹਿਗੁਰੂ ਜੀ ਕਾ ਹੋਏ ਨਾ ਜਾ